रम गयो अब क्यों रोबत अंध। तुमरी शरण तुम्हारी आशा तुम ही सज्जन सोहेले। तुमरी शरण तुम्हारी आशा तुम ही सज्जन सोहेले जी। तुमरी शरण तुम्हारी आशा तुम ही सज्जन सोहेले जी। तुमरी शरण तुम्हारी आशा तुम ही सज्जन सोहेले जी। शरण तुम्हारी आशा तुम ही सज्जन सोहेले जी। शरण तुम्हारी आशा तुम ही सज्जन सोहेले जी। तुमरी शरण तुम्हारी आशा तुम ही सज्जन सोहेले। तुमरी शरण तुम्हारी आशा तुम ही सज्जन सोहेले जी। तुमरी शरण तुम्हारी आशा तुम ही सज्जन सोहेले जी। मेरी शरण तुम्हारी आशा तुम ही सज्जन सोहेले जी। मेरी शरण तुम्हारी आशा तुम ही सज्जन सोहेले जी। शरण तुम्हारी आशा तुम ही सज्जन सोहेले जी। तुम ही सज्जन सोहेले सज्जन सोहेले। तुम ही सज्जन सोहेले जी सज्जन सोहेले जी। तुम ही सज्जन सोहेले जी। तुम ही सज्जन सोहेले जी। ओ तुम ही सज्जन सोहेले जी। तुम ही सज्जन सोहेले जी। सज्जन सोहेले जी। तुम ही सज्जन सोहेले जी। सज्जन सोहेले जी। तुम ही सज्जन सोहेले जी। तुम ही सज्जन सोहेले सज्जन सोहेले जी। तुम ही सज्जन सोहेले जी सज्जन सोहेले जी। तुम ही 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 सज्जन सोहेले जी। तुमरी शरण तुम्हारी आशा तुमरी शरण तुम्हारी आशा तुम ही सज्जन सोहेले। तुमरी शरण तुम्हारी आशा तुम ही सज्जन सोहेले जी। तुमरी शरण तुम्हारी आशा तुम ही सज्जन सोहेले जी। तुम ही शरण तुम्हारी आशा तुम ही सज्जन सोहेले जी। तुमरी शरण तुम्हारी आशा तुम ही सज्जन सोहेले जी। शरण तुम्हारी आशा तुम ही सज्जन सोहेले जी। तुमरी शरण तुम्हारी आशा तुम ही सज्जन सोहेले। राखो राखणहार दयाला नानक घर के गोले। दीन दुनिया दे मालक साहिबे कमाल धन धन ਸਾਹਿਬ श्री गुरु ग्रंथ साहब महाराज जी की पावन हजूरी विच बहुत ही सत्कारयोग बहुत ही प्यार वाले बापू अवतार सिंह जी जो अकाल पुरख वाहिगुरू परमेश्वर जी के घरों ਸਵਾਸਾਂ ਦੀ ਪੂੰਜੀ ਪ੍ਰਾਪਤ ਹੋਈ ਸੀ। ਮਾਤ ਲੋਕ ਦੀ ਯਾਤਰਾ ਪੂਰੀ ਕਰਦੇ ਹੋਏ ਪਿਛਲੇ ਦਿਨਾਂ ਦੇ ਵਿੱਚ ਆਪਣੇ ਸਮੁੱਚੇ ਪਰਿਵਾਰ ਨੂੰ ਸਰੀਰ ਕਰਕੇ ਸਦੀਵ ਕਾਲ ਦਾ ਵਿਛੋੜਾ ਦੇ ਗਏ। ਬਰਾੜ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਵਾਸਤੇ ਦੁੱਖਾਂ ਦੀ ਸਾਂਝ ਪਾਉਣ ਵਾਸਤੇ ਗੁਰੂ ਪਾਤਸ਼ਾਹ ਦੀ ਪਾਵਨ ਹਜ਼ੂਰੀ ਵਿੱਚ ਗੁਰਬਾਣੀ ਗੁਰ ਸ਼ਬਦ ਵਿਚਾਰਾਂ ਗੁਰ ਇਤਿਹਾਸ ਵਿਚਾਰਾਂ ਸਰਵਣ ਕਰਨ ਵਾਸਤੇ
ਪਹੁੰਚੇ ਅਤੇ ਪਹੁੰਚ ਰਹੇ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤਸੰਗੀ ਜਨੋ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਭਾਣੇ ਨੂੰ ਸੀਸ ਝੁਕਾਈਏ। ਸਰਬੱਤ ਸੰਗਤ ਮਾਈ ਭਾਈ, ਸੇਵਾ ਨਿਭਾ ਰਹੀਆਂ ਗੁਰੂ ਕੀਆਂ ਸੰਗਤਾਂ, ਸ਼ਰਧਾ ਭਾਵਨਾ ਪ੍ਰੇਮ ਅਤੇ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਭਾਵੇਂ ਸੁੱਖ ਹੈ ਭਾਵੇਂ ਦੁੱਖ ਹੈ, ਸਤਿਗੁਰ ਜੀ ਦੋਨਾਂ ਹੀ ਸਮਿਆਂ ਦੇ ਵਿੱਚ ਆਪਣੇ ਸਿੱਖ ਨੂੰ ਆਸਰਾ ਬਖਸ਼ਿਸ਼ ਕਰਦੇ ਨੇ। ਜੇ ਸੁੱਖ ਦੀ ਘੜੀ ਹੈ ਤਾਂ ਸਤਿਗੁਰ ਜੀ ਸੁੱਖ ਵਿੱਚ ਜਿਉਣ ਦਾ ਉਪਦੇਸ਼ ਦਿੰਦੇ ਨੇ। ਜੇ ਵੱਡਾ ਦੁੱਖ ਆ ਜਾਂਦਾ, ਕੋਈ ਮੁਸ਼ਕਲ ਦਾ ਸਮਾਂ ਆ ਜਾਂਦਾ, ਵਿਪਤਾ ਦਾ ਸਮਾਂ ਆ ਜਾਂਦਾ ਹੈ, ਤਾਂ ਉੱਥੇ ਸਤਿਗੁਰ ਜੀ ਦੁੱਖ ਵਿੱਚ ਜਿਉਣ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ। ਸੋ ਆਓ, ਵਿਛੋੜੇ ਦਾ ਸਮਾਂ ਹੁੰਦਾ ਹੈ, ਕਿਉਂਕਿ ਜ਼ਿੰਦਗੀ ਦੇ ਵਿੱਚ ਬੰਦਾ ਹਰ ਇੱਕ ਗੱਲ ਗ੍ਰਹਿਣ ਕਰ ਲੈਂਦਾ ਹੈ, ਚੰਗੀ ਵੀ ਮਾੜੀ ਵੀ, ਪਰ ਇੱਕ ਸਭ ਤੋਂ ਸੰਸਾਰੀ ਤੌਰ 'ਤੇ ਸਭ ਤੋਂ ਡਰਾਵਣੀ ਚੀਜ਼ ਹੈ, ਸਭ ਤੋਂ ਭਿਆਨਕ ਚੀਜ਼ ਹੈ, ਜਦੋਂ ਕਿਤੇ ਮਨੁੱਖ ਦੇ ਕੰਨਾਂ ਵਿੱਚ ਇਹ ਆਵਾਜ਼ ਪੈਂਦੀ ਹੈ ਵੀ ਫਲਾਣਾ ਸਿਉਂ ਦੀ ਮੌਤ ਹੋ ਗਈ। ਮੌਤ ਸੰਸਾਰ ਨੂੰ ਡਰਾਉਂਦੀ ਹੈ, ਕਿਉਂਕਿ ਸਤਿਗੁਰਾਂ ਨੇ ਬਾਣੀ ਵਿੱਚ ਬਚਨ ਲਿਖੇ ਨੇ, ਮਰਨਾ ਤੇ ਜਗਤ ਡਰੈ, ਜੀਵਿਆ ਲੋੜੈ ਸਭ ਕੋਏ। ਉਧਰ ਬਾਬਾ ਕਬੀਰ ਜੀ ਨੇ, ਭਗਤ ਜੀਆਂ ਨੇ ਬੜਾ ਸੁੰਦਰ ਲਿਖਿਆ ਹੈ, ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰਾ ਮਨ ਆਨੰਦ, ਮਰਨੇ ਹੀ ਤੇ ਪਾਈਆ ਪੂਰਨ ਪਰਮਾਨੰਦ। ਵਾਹਿਗੁਰੂ ਦੇ ਪਿਆਰੇ ਤਾਂ ਮੌਤ ਨੂੰ ਸਮਝ ਲੈਂਦੇ ਨੇ, ਉਹ ਤਾਂ ਉਹ ਥਿਉਰੀ ਨੂੰ ਉਹ ਸਟੱਡੀ ਕਰਦੇ ਨੇ, ਉਸ ਕੋਰਸ ਨੂੰ ਪਕਾ ਲੈਂਦੇ ਨੇ। ਅੰਮ੍ਰਿਤ ਵੇਲੇ ਜਾਗ ਕੇ ਗੁਰੂ ਚਰਨਾਂ ਦਾ ਧਿਆਨ ਧਰਦੇ ਨੇ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰੂ ਦੇ ਚਰਨਾਂ ਨਾਲ ਜੁੜ ਕੇ ਆਪਣੀ ਸੁਰਤ ਨੂੰ ਪ੍ਰਪੰਚ ਦੇ ਵਿੱਚੋਂ ਕੱਢ ਕੇ ਅਸਥੂਲ ਮੰਡਲਾਂ ਦੇ ਵਿੱਚੋਂ ਜਿਹੜਾ ਹੈਗਾ ਸੂਖਸ਼ਮ ਮੰਡਲਾਂ ਵਿੱਚ ਲੈ ਜਾਂਦੇ ਨੇ। ਜੜ ਵਸਤੂ ਦੇ ਨਾਲੋਂ ਆਪਣੀ ਸੁਰਤ ਨੂੰ, ਅਟੈਚਮੈਂਟ ਨੂੰ ਤੋੜ ਲੈਂਦੇ ਨੇ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਹੋ ਜਾਂਦਾ, ਨੌਲੇਜ ਹੋ ਜਾਂਦੀ ਹੈ, ਗਿਆਨ ਹੋ ਜਾਂਦਾ ਵੀ ਇੱਕ ਦਿਨ ਇਹ ਜਿਹੜਾ ਸਰੀਰ ਮਿਲਿਆ, ਇਹ ਸਰੀਰ ਵੀ ਛੱਡਣਾ ਪਵੇਗਾ। ਆਉਂਦਿਆਂ ਸਰੀਰ ਮਿਲਿਆ ਨਾ, ਜਦੋਂ ਆਪਣਾ ਜਨਮ ਹੋਇਆ ਮਾਂ ਦੇ ਉਦਰ ਤੋਂ, ਆਉਂਦਿਆਂ ਨੂੰ ਸਰੀਰ ਮਿਲਿਆ, ਪਰ ਜਾਂਦਿਆਂ ਨੂੰ ਸਰੀਰ ਨਹੀਂ ਮਿਲਦਾ। ਜਾਂਦਿਆਂ ਕੀ ਹੈ? ਸੁਆਹ ਦੀ ਮੁੱਠੀ ਹੈ ਇਹ ਸਰੀਰ ਵੀ। ਉਹ ਫਿਰ ਉਸ ਕੋਰਸ ਨੂੰ, ਉਸ ਥਿਉਰੀ ਨੂੰ ਇਸੇ ਕਰਕੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੇ, 10 ਗੁਰੂ ਸਾਹਿਬਾਨਾਂ ਨੇ ਕਹਿ ਲਓ, ਬਾਣੀ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ 6 ਗੁਰੂ ਸਾਹਿਬਾਨਾਂ ਦੀ ਹੈ, ਪਰ ਉਪਦੇਸ਼ ਇੱਕੋ ਹੀ ਹੈ 10 ਗੁਰੂ ਸਾਹਿਬਾਨਾਂ ਦਾ। ਇੱਕੋ ਹੀ ਜੋਤ, ਇੱਕੋ ਹੀ ਉਪਦੇਸ਼ ਹੈ, ਉਪਦੇਸ਼ ਵਿੱਚ ਫਰਕ ਨਹੀਂ ਕਿਤੇ ਹੈਗਾ। ਅਤੇ ਫਿਰ ਭਗਤ ਸਾਹਿਬਾਨਾਂ ਨੇ, ਗੁਰਸਿੱਖਾਂ ਨੇ, ਰੱਬ ਦੇ ਪਿਆਰਿਆਂ ਨੇ ਇਹੋ ਹੀ ਉਪਦੇਸ਼ ਦਿੱਤਾ ਵੀ ਸਿੱਖਾ, ਜੇ ਸੰਸਾਰ 'ਤੇ ਆਇਆ ਤਾਂ ਕੋਈ ਸੋਝੀ ਪ੍ਰਾਪਤ ਕਰੀ। ਸੋਝੀ ਤੋਂ ਬਗੈਰ ਤੇਰਾ ਜਿਉਣਾ, ਜਨਮ ਤੇ ਮਰਨਾ ਤਿੰਨੇ ਥਾਂ ਨਹੀਂ ਪੈਣੇ। ਸੋਝੀ ਇਹੋ ਹੀ ਲੈਣੀ ਹੈ। ਹੁਣ ਜਦੋਂ ਘਰ ਦੇ ਵਿੱਚ ਬੱਚੇ ਦਾ ਜਨਮ ਹੁੰਦਾ ਹੈ, ਜਾਂ 1 ਸਾਲ ਤੋਂ ਬਾਅਦ, ਅੱਜ ਕੱਲ੍ਹ ਇਹ ਰਿਵਾਜ ਹੀ ਹੋ ਗਿਆ, ਪਹਿਲਾਂ ਨਹੀਂ ਸੀ ਇਹ ਇੰਨਾ, ਅੱਜ ਕੱਲ੍ਹ ਇਹ ਰਿਵਾਜ ਬਣ ਚੁੱਕੇ ਹੈ, ਹੈਪੀ ਬਰਥਡੇ। ਬੱਚਾ ਇਹ ਚੀਜ਼ ਨੂੰ, ਭਾਵੇਂ ਚਲੋ ਉਹ ਵੱਖਰਾ ਵਿਸ਼ਾ ਹੈ, ਪਰ ਹੈਪੀ ਬਰਥਡੇ ਪਰਿਵਾਰਾਂ ਦੇ ਵਿੱਚ ਅੱਜ ਇੱਕ ਰਿਵਾਜ ਬਣ ਚੁੱਕਿਆ ਹੈ। ਉੱਥੇ ਸਤਿਗੁਰ ਜੀ ਕਹਿੰਦੇ ਜਦੋਂ ਹੈਪੀ ਬਰਥਡੇ ਮਨਾਉਂਦੇ ਹੋ ਨਾ, ਉਸ ਵੇਲੇ ਇਸ ਗੱਲ ਨੂੰ ਕਦੇ ਨਹੀਂ ਭੁੱਲਣਾ। ਅਣਗਿਣਤ ਬੱਚੇ ਇਹ ਸਾਲ ਹੈਪੀ ਬਰਥਡੇ ਹੋ ਗਿਆ ਤੇ ਅਗਲਾ ਸਾਲ ਉਹਨਾਂ ਨੂੰ ਆਏ ਹੀ ਨਹੀਂ, ਪਹਿਲਾਂ ਹੀ ਤੁਰ ਗਏ। ਅਣਗਿਣਤ, ਗਿਣੇ ਨਹੀਂ ਜਾ ਸਕਦੇ ਵੀ ਕਿੰਨੇ ਤੁਰ ਗਏ। ਸੋ ਉੱਥੇ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀਆਂ ਨੇ ਸੰਸਕ੍ਰਿਤ ਦੀ ਬਾਣੀ ਵਿੱਚ ਲਿਖਿਆ, ਜਨਮੰ ਤਾਂ ਮਰਨੰ। ਮੌਤ ਕਿਹਦੀ ਹੁੰਦੀ ਹੈ? ਜਿਹਦਾ ਜਨਮ ਹੋਇਆ। ਜਿਹਦਾ ਜਨਮ ਹੀ ਹੈ ਨਹੀਂ, ਉਹਦੀ ਮੌਤ ਹੈ ਨਹੀਂ। ਸੋ ਇਸ ਕਰਕੇ ਜਦੋਂ ਜਨਮ ਹੋ ਗਿਆ ਤਾਂ ਸਤਿਗੁਰੂ ਜੀ ਕਹਿੰਦੇ ਮੌਤ ਤਾਂ ਅਵੱਸ਼ ਹੈ। ਕਦੋਂ ਹੋਣੀ ਹੈ, ਕਿੱਥੇ ਹੋਣੀ ਹੈ, ਕਿਵੇਂ ਹੋਣੀ ਹੈ, ਕਿਸੇ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਬੰਦਾ ਬੜਾ ਪੜ੍ਹ ਲਿਖ ਲੈਂਦਾ ਹੈ,
ਦੁਨੀਆ ਦੀ ਨੌਲੇਜ ਰੱਖਦਾ ਹੈ, ਗ੍ਰੈਜੂਏਟ ਹੋ ਜਾਂਦਾ ਹੈ, ਚੰਗੀ ਗੱਲ ਹੈ, ਹੋਣਾ ਚਾਹੀਦਾ, ਇਹ ਤੇ ਕੋਈ ਤਰਕ ਨਹੀਂ ਕਰ ਰਿਹਾ ਦਾਸ। ਪਰ ਪੂਰੀ ਦੁਨੀਆ ਦਾ ਗਿਆਨ ਲੈ ਕੇ ਵੀ ਬੰਦੇ ਨੂੰ ਇਹ ਨਹੀਂ ਪਤਾ ਵੀ ਸਰੀਰ ਦਾ ਅਖੀਰਲਾ ਸਵਾਸ ਕਿੱਥੇ ਹੋਣਾ ਹੈ, ਕਿਹੜੀ ਉਮਰੇ ਹੋਣਾ ਹੈ, ਕਿਹਦੇ ਹੱਥਾਂ ਵਿੱਚ ਹੋਣਾ ਹੈ, ਕਿੱਥੇ ਹੋਣਾ ਹੈ, ਕਿਵੇਂ ਹੋਣਾ ਹੈ, ਨਹੀਂ ਪਤਾ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜਾ ਸੋਹਣਾ ਸ਼ਬਦ ਸਲੋਕ ਉਚਾਰਿਆ। ਸੰਗੀਆਂ ਨੇ ਪੁੱਛਿਆ, ਸੱਚੇ ਪਾਤਸ਼ਾਹ ਮੌਤ ਦਾ ਭੈ ਸਤਾਉਂਦਾ ਹੈ, ਮੌਤ ਦਾ ਡਰ ਸਤਾਉਂਦਾ ਹੈ, ਕਿਰਪਾ ਕਰੋ ਸਤਿਗੁਰ ਜੀ ਇਹ ਮੌਤ ਦਾ ਡਰ ਕਿਵੇਂ ਚੁੱਕਿਆ ਜਾਵੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਅੰਮ੍ਰਿਤ ਬਾਣੀ ਦੁਆਰਾ ਆਪਣੇ ਗੁਰਸਿੱਖਾਂ ਨੂੰ ਔਰ ਆਪਾਂ ਨੂੰ ਸਾਰਿਆਂ ਨੂੰ ਬਖਸ਼ਿਸ਼ਾਂ ਕਰਦੇ ਨੇ, ਕਿਉਂਕਿ ਇੱਕ ਗੁਰਬਾਣੀ ਹੈ, ਅੰਮ੍ਰਿਤ ਬਾਣੀ ਹੈ ਨਾ, ਜੋ ਭੁੱਲਿਆਂ ਨੂੰ ਰਸਤੇ ਪਾਉਣਾ, ਕੁਰਾਹੇ ਪਿਆਂ ਨੂੰ ਰਾਹੇ ਪਾਉਣਾ, ਭਟਕੇ ਹੋਇਆਂ ਨੂੰ ਸ਼ਾਂਤ ਕਰ ਦੇਣਾ, ਇਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਅੰਮ੍ਰਿਤ ਹੈ, ਉਹ ਤਾਕਤ ਹੈ। ਸੋ ਸਾਨੂੰ ਗੁਰਬਾਣੀ ਸਰਵਣ ਕਰਨੀ ਚਾਹੀਦੀ ਹੈ। ਸੁਣੋ ਮਹਾਰਾਜ ਜੀ ਕੀ ਕਹਿੰਦੇ, ਪ੍ਰੇਮ ਨਾਲ ਸੁਣੋ। ਉਹ ਬਾਣੀ ਬਾਣ ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ। ਬਾਣੀ ਬਾਣ ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਬਾਣੀ ਬਾਣ ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਬਾਣ ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਬਾਣੀ ਬਾਣ ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਬਾਣੀ ਬਾਣ ਸ਼ਬਦਾਂ ਦੇ ਮਾਰਦੀ, ਸ਼ਬਦਾਂ ਦੇ ਬਾਣ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਬਾਣੀ ਬਾਣ ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਬਾਣੀ ਬਾਣ ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਬਾਣੀ ਬਾਣ ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਬਾਣੀ ਬਾਣ ਸ਼ਬਦਾਂ ਦੇ ਮਾਰਦੀ, ਲੱਗਦੇ ਕਰਮਾਂ ਵਾਲਿਆਂ ਨੂੰ। ਮੇਰੇ ਪਿਆਰੇ 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 ਲੱਗਦੇ ਕਰਮਾਂ ਵਾਲਿਆਂ ਨੂੰ। ਲੱਗਦੇ ਕਰਮਾਂ ਜੀ ਵਾਲਿਆਂ ਨੂੰ, ਲੱਗਦੇ ਕਰਮਾਂ ਵਾਲਿਆਂ ਨੂੰ। ਉਹ ਲੱਗਦੇ ਕਰਮਾਂ ਜੀ ਵਾਲਿਆਂ ਨੂੰ। 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 ਹਾਂ ਲੱਗਦੇ ਭਾਗਾਂ ਜੀ ਵਾਲਿਆਂ ਨੂੰ। ਲੱਗਦੇ ਭਾਗਾਂ ਜੀ ਵਾਲਿਆਂ ਨੂੰ। ਉਹ ਲੱਗਦੇ ਭਾਗਾਂ ਜੀ ਵਾਲਿਆਂ ਨੂੰ। ਉਹ ਲੱਗਦੇ ਭਾਗਾਂ ਜੀ ਵਾਲਿਆਂ ਦੇ ਕਰਮਾਂ ਜੀ ਵਾਲਿਆਂ ਨੂੰ।
ਬਾਣੀ ਬਾਣ ਸ਼ਬਦਾਂ ਦੇ ਮਾਰਦੀ ਲੱਗਦੇ ਪੱਗਾਂ ਵਾਲਿਆਂ ਨੂੰ ਬਾਣੀ ਸ਼ਬਦਾਂ ਦੇ ਮਾਰਦੀ ਲੱਗਦੇ ਪੱਗਾਂ ਵਾਲਿਆਂ ਨੂੰ ਬਾਣੀ ਸ਼ਬਦਾਂ ਦੇ ਮਾਰਦੀ ਲੱਗਦੇ ਪੱਗਾਂ ਵਾਲਿਆਂ ਨੂੰ ਹਰ ਪ੍ਰੇਮ ਬਾਣੀ ਮਨ ਮਾਰਿਆ ਅਣਿਆਲੇ ਅਣੀਆਂ RAM ਰਾਜੇ ਜਿਸ ਲਾਗੀ ਪੀਰ ਪਿਰਮ ਕੀ ਸੋ ਜਾਣੈ ਜਰੀਆ। ਸੋ ਗੁਰਬਾਣੀ ਦਾ ਉਪਦੇਸ਼ ਉਸੇ ਤਰ੍ਹਾਂ ਹੀ ਹੈ ਜਿਵੇਂ ਇੱਕ ਪਿਤਾ ਇੱਕ ਟੀਚਰ ਉਹਦੇ ਸਾਹਮਣੇ ਦੋ ਬੱਚੇ ਖੜੇ ਨੇ। ਟੀਚਰ ਦੇ ਸਾਹਮਣੇ ਦੋ ਬੱਚੇ ਖੜੇ ਨੇ, ਪਿਤਾ ਦੇ ਸਾਹਮਣੇ ਉਹਦੇ ਦੋਨੇ ਪੁੱਤ ਖੜੇ ਨੇ। ਪਿਤਾ ਆਖ ਰਿਹਾ ਹੈ ਬੇਟਾ ਤੁਸੀਂ ਪੜ੍ਹਾਈ ਕਰਨੀ ਹੈ, ਪੜ੍ਹਾਈ ਤਰੀਕੇ ਨਾਲ ਕਰਨੀ ਹੈ, ਪੜ੍ਹਾਈ ਚੰਗੀ ਕਰਨੀ ਹੈ, ਨੰਬਰ ਚੰਗੇ ਲੈਣੇ ਨੇ। ਇੱਕ ਬੱਚਾ ਤਾਂ ਧਿਆਨ ਪੂਰਵਕ ਸੁਣ ਰਿਹਾ ਹੈ, ਪਿਤਾ ਦੀ ਇਕੱਲੀ ਇਕੱਲੀ ਗੱਲ ਕੰਨਾਂ ਦੁਆਰਾ ਸੁਣ ਕੇ ਅੰਦਰ ਲੈ ਗਿਆ। ਜੋ ਪਿਤਾ ਜੀ ਕਹਿ ਰਹੇ ਨੇ ਉਹਨੂੰ ਮੰਨਦਾ ਵੀ ਹੈ ਤੇ ਕਮਾਉਂਦਾ ਵੀ ਹੈ। ਇੱਕ ਹੱਸ ਕੇ ਟਾਲ ਦਿੰਦਾ ਹੈ, ਉਹ ਕਹਿੰਦਾ ਵੀ ਇਹਦਾ ਕੀ ਹੈ, ਇਹ ਤਾਂ ਐਵੇਂ ਹੀ ਆਖੀ ਜਾਂਦਾ। ਬਸ ਇੱਥੋਂ ਅੰਦਾਜ਼ਾ ਲਾਓ ਵੀ ਉਹਨਾਂ ਦੇ ਵਿੱਚੋਂ ਕਿਹੜਾ ਬੱਚਾ ਕਾਮਯਾਬ ਹੋਵੇਗਾ। ਜਿਸ ਬੱਚੇ ਨੇ ਪਿਤਾ ਦਾ ਟੀਚਰ ਦਾ ਕਿਹਾ ਮੰਨਿਆ ਉਹ ਹਮੇਸ਼ਾ ਕਾਮਯਾਬ ਹੋਵੇਗਾ। ਤੇ ਉਹਦਾ ਨਾਮ ਕੀ ਪਵੇਗਾ? ਉਹ ਬੱਚਾ ਹੋਵੇਗਾ ਲਾਇਕ। ਤੇ ਜਿਹੜਾ ਹੱਸ ਕੇ ਟਾਲਦਾ ਹੈ, ਕਹਿਣਾ ਮੰਨਦਾ ਹੈ ਨਹੀਂ, ਗੱਲ ਮੰਨਦਾ ਕੋਈ ਨਹੀਂ, ਉਹਦਾ ਨਾਮ ਆਵੇਗਾ ਨਲਾਇਕ। ਬਿਲਕੁਲ ਉਵੇਂ ਹੀ ਸਤਿਗੁਰਾਂ ਦੀ ਬਾਣੀ ਦਾ ਉਪਦੇਸ਼ ਹੈ। ਇੱਕ ਤਾਂ ਉਹ ਭਾਗਾਂ ਵਾਲੇ ਗੁਰਸਿੱਖ ਮਾਈ ਭਾਈ ਨੇ ਜਿਹੜੇ ਪਿਆਰ ਪੂਰਵਕ ਧਿਆਨ ਪੂਰਵਕ ਬੈਠ ਕੇ ਗੁਰੂ ਦੀ ਬਾਣੀ ਨੂੰ ਭਾਵੇਂ ਆਪਣੇ ਘਰ ਬੈਠ ਕੇ, ਭਾਵੇਂ ਸਤਸੰਗ ਵਿੱਚ ਬੈਠ ਕੇ, ਭਾਵੇਂ ਗੁਰਦੁਆਰਾ ਸਾਹਿਬ ਆ ਕੇ ਧਿਆਨ ਪੂਰਵਕ ਸੁਣਦੇ ਨੇ। ਸ਼ਰਧਾ ਅੰਦਰ ਭਾਵਨਾ ਹੈ, ਪ੍ਰੇਮ ਹੈ, ਮੰਨਣ ਦੀ ਕੋਸ਼ਿਸ਼ ਕਰਦੇ ਨੇ। ਉਹਨਾਂ ਦੇ ਫਿਰ ਉਹ ਗੁਰਬਾਣੀ ਦੇ ਬੱਜੇ ਬਾਣ ਭਲਾ ਕਰ ਦਿੰਦੇ ਨੇ। ਉਹਨਾਂ ਦੀ ਜ਼ਿੰਦਗੀ ਸਫਲੀ ਹੋ ਜਾਂਦੀ ਹੈ। ਕਦੇ ਉਹਨਾਂ ਭਗਤਾਂ ਦੇ, ਗੁਰਸਿੱਖਾਂ ਦੇ, ਮਹਾਂਪੁਰਖਾਂ ਦੇ ਜੀਵਨ ਪੜ੍ਹ ਕੇ ਵੇਖੀਏ ਕਿਹਨਾਂ ਦੇ ਉੱਪਰ ਕਲਾ ਵਰਤੀ ਹੈ, ਕਿਹਨਾਂ ਦੇ ਜੀਵਨ ਪ੍ਰਵਾਨ ਹੋਏ ਨੇ ਗੁਰੂ ਦੇ ਦਰ ਤੇ, ਜਿਨ੍ਹਾਂ ਦੇ ਜਦੋਂ ਗੁਰਬਾਣੀ ਦਾ ਬਾਣ ਵੱਜਿਆ ਨਾ, ਕਬੀਰ ਸਤਿਗੁਰ ਸੂਰਮੇ ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ ਪਰਿਆ ਕਰੇਜੇ ਛੇਕ। ਤੇ ਇਉਂ ਸਾਧ ਸੰਗਤ ਉਹਨਾਂ ਤੇ ਗੁਰਬਾਣੀ ਦਾ ਅਸਰ ਹੁੰਦਾ ਹੈ। ਬਿਲਕੁਲ ਉਵੇਂ ਹੀ ਹੈ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਅੰਮ੍ਰਿਤ ਬਾਣੀ ਵਿੱਚ, ਕਹਿੰਦੇ ਜਦੋਂ ਬਾਰਿਸ਼ ਪੈ ਰਹੀ ਹੈ, ਬਾਰਿਸ਼ ਹੋ ਰਹੀ ਹੈ, ਵਰਖਾ ਹੋ ਰਹੀ ਹੈ, ਤੇ ਜਦੋਂ ਵਰਖਾ ਹੋ ਰਹੀ ਹੈ ਨਾ, ਵਿਹੜੇ ਦੇ ਵਿੱਚ ਭਾਂਡੇ ਪਏ ਨੇ। ਕੁਝ ਭਾਂਡੇ ਮੁੱਧੇ ਪਏ ਨੇ ਤੇ ਕੁਝ ਸਿੱਧੇ ਪਏ ਨੇ। ਤੇ ਬਾਰਿਸ਼ ਦਾ ਪਾਣੀ ਕਿਹੜਿਆਂ ਤੇ ਖੜਨਾ ਹੈ? ਜਿਹੜੇ ਭਾਂਡੇ ਸਿੱਧੇ ਨੇ। ਜਿਹੜੇ ਭਾਂਡੇ ਸਿੱਧੇ ਨੇ ਉਹ ਬਾਰਿਸ਼ ਦੇ ਪਾਣੀ ਦੇ ਨਾਲ ਲੱਬਾ ਲੱਬ ਭਰ ਜਾਣਗੇ। ਤੇ ਸਾਧ ਸੰਗਤ ਜਿਹੜੇ ਭਾਂਡੇ ਮੁੱਧੇ ਨੇ ਉਹਨਾਂ ਤੇ ਬਾਰਿਸ਼ ਪਵੇਗੀ ਜ਼ਰੂਰ, ਪਰ ਬਾਰਿਸ਼ ਪਵੇਗੀ ਜ਼ਰੂਰ ਪਰ ਉਹਨਾਂ ਤੇ ਪਾਣੀ ਨਹੀਂ ਖੜੇਗਾ। ਉਹ ਪਾਣੀ ਹੈ ਜਿਹੜਾ ਨਾ ਸੱਜੇ ਖੱਬੇ ਨਿਕਲਦਾ ਜਾਵੇਗਾ, ਕਿਉਂਕਿ ਮੁੱਧਾ ਪਿਆ। ਹੁਣ ਸਤਿਗੁਰਾਂ ਨੇ ਬਾਣੀ ਵਿੱਚ ਕੀ ਲਿਖਿਆ? ਉਂਦਾ ਭਾਂਡਾ ਕਛ ਨਾ ਸਮਾਵੈ। ਉਂਦਾ ਦਾ ਭਾਵ ਮੁੱਧਾ। ਉਂਦਾ ਭਾਂਡਾ ਕਛ ਨਾ ਸਮਾਵੈ, ਸਿੱਧਾ ਅੰਮ੍ਰਿਤ ਪਰੈ ਨਿਹਾਰ। ਭਾਵ ਜੇ ਮਤ ਰੂਪੀ ਭਾਂਡਾ ਮੁੱਧਾ ਹੋਇਆ ਪਿਆ ਨਾ, ਗੁਰੂ ਦੀ ਬਾਣੀ ਨੂੰ ਇੱਕ ਟੀਚਰ ਦੇ ਤੌਰ ਤੇ ਸਮਝਦਾ, ਫਾਰਮੈਲਿਟੀ ਦੇ ਤੌਰ ਤੇ ਗਾਉਂਦਾ ਜਾਂ ਸੁਣਦਾ, ਉਹ ਭਾਂਡਾ ਮੁੱਧਾ ਹੈ। ਤੇ ਫਿਰ ਜਿਹੜਾ ਸ਼ਰਧਾ ਭਾਵਨਾ ਵਾਲਾ ਭਾਂਡਾ ਹੈ, ਸਿੱਧਾ ਅੰਦਰ ਸ਼ੌਂਕ ਲੱਗ ਗਿਆ, ਲਗਨ ਲੱਗ ਗਈ, ਤੇ ਉਹ ਭਾਂਡੇ ਦੇ ਵਿੱਚ ਗੁਰੂ ਦੀ ਦਾਤ ਬਾਣੀ ਰੂਪੀ ਨਾਮ ਰੂਪੀ ਟਿਕ ਜਾਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਫਿਰ ਉਦੋਂ ਹੀ ਹੁੰਦਾ ਸਾਧ ਸੰਗਤ ਜਦੋਂ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇਜੇ ਛੇਕ। ਤੇ ਇਹ ਨਿਰਮਲ ਹੈ ਨਾ, ਨਿਰਮਲ ਚੀਜ਼ ਹੈ ਨਾ ਜਿਹੜੀ ਸਾਧ ਸੰਗਤ। ਇਹ ਬਾਰ-ਬਾਰ ਬਚਨ ਆਉਂਦੇ ਨੇ ਮਹਾਰਾਜ ਦੇ ਬਾਣੀ ਵਿੱਚ। ਕਬੀਰ ਗੂੰਗਾ ਹੁਆ ਬਾਬਰਾ, ਬਹਿਰਾ ਹੁਆ ਕਾਨ, ਪਾਵੋਂ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ।
ਜਦੋਂ ਪੂਰੇ ਸਤਿਗੁਰੂ ਨੇ, ਧੰਨ ਗੁਰੂ ਨਾਨਕ ਦੇਵ ਸਾਹਿਬ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਬਾਣ ਮਾਰਿਆ ਨਾ, ਉਹ ਜਿਹੜੇ ਪੈਰ ਸੀ ਵਿਸ਼ੇ ਵਿਕਾਰਾਂ ਵਾਲੇ, ਉਹ ਜਿਹੜੇ ਪੈਰ ਸੀ ਬੁਰੀਆਂ ਆਦਤਾਂ ਵਾਲੇ, ਨਸ਼ਿਆਂ ਵਾਲੇ, ਗਲਤ ਥਾਵਾਂ ਤੇ ਖਿੱਚੀ ਫਿਰਦੇ ਸੀ, ਕਹਿੰਦੇ ਉਹ ਸਾਰੇ ਪੈਰ ਹੀ ਟੁੱਟ ਗਏ, ਸਾਰੀ ਖਤਮ ਹੋ ਗਏ, ਪਿੰਗਲ ਹੋ ਗਿਆ, ਹੁਣ ਪਿੰਗਲਾ ਬਣਾ ਦਿੱਤਾ ਜਦੋਂ ਪੂਰੇ ਗੁਰੂ ਨੇ ਬਾਣ ਮਾਰਿਆ। ਤੇ ਇਉਂ ਜਦੋਂ ਗਾਹਕ ਨਹੀਂ ਇਹ ਹੁੰਦਾ ਨਾ, ਕਹਿੰਦੇ ਫਿਰ ਉਹ ਨਿਰਮਲ ਬਾਣੀ ਹੈ ਜੋ, ਕਹਿੰਦੇ ਉਹ ਫਿਰ ਟਿਕਦੀ ਨਹੀਂ ਹੈ ਉਸ ਭਾਂਡੇ ਵਿੱਚ। ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ, ਬਿਨ ਸੰਗਤ ਇਉ ਮਾਨਈ, ਹੋਏ ਗਈ ਭੱਠ ਛਾਰ। ਕਹਿੰਦੇ ਉਹ ਨਿਰਮਲ ਬੂੰਦ ਹੈ ਨਾ ਜਿਹੜੀ ਵਾਹਿਗੁਰੂ ਦੇ ਘਰੋਂ, ਪਰਮਾਤਮਾ ਦੇ ਘਰੋਂ, ਨਾਮ ਰੂਪੀ ਬਾਣੀ ਰੂਪੀ, ਅੱਗੇ ਧਰਤੀ ਤਿਆਰ ਨਹੀਂ ਹੈ। ਜਿਵੇਂ ਆਪਾਂ ਫਸਲ ਬੀਜਦੇ ਆ ਨਾ, ਫਸਲ ਬੀਜਣ ਵਾਸਤੇ ਧਰਤੀ ਤਾਂ ਤਿਆਰ ਹੋਣੀ ਚਾਹੀਦੀ ਆ, ਪਹਿਲਾਂ ਵਾਹੁੰਦੇ ਆ ਤੇ ਫਿਰ ਸੁਹਾਗਦੇ ਆ ਤੇ ਫਿਰ ਘਰੋਂ ਬੀਜ ਲੈ ਕੇ ਜਾਂਦੇ ਆ, ਚੰਗੀ ਤਰ੍ਹਾਂ ਸੋਧਿਆ ਹੋਇਆ ਬੀਜ ਫਿਰ ਆਪਾਂ ਉਹ ਧਰਤੀ ਵਿੱਚ ਪਾਉਂਦੇ ਆ। ਤੇ ਇਸੇ ਤਰ੍ਹਾਂ ਸਤਸੰਗ ਹੋ ਰਿਹਾ, ਗੁਰਬਾਣੀ ਦੀ ਕਥਾ ਹੋ ਰਹੀ ਹੈ, ਨਾਮ ਦੀ ਵਰਖਾ ਹੋ ਰਹੀ ਹੈ, ਪਰ ਅੱਗੇ ਧਰਤੀ ਤਿਆਰ ਨਹੀਂ। ਕਹਿੰਦੇ ਫਿਰ ਉਹ ਕੀਮਤੀ ਤੋਂ ਕੀਮਤੀ ਬਚਨ ਰੂਪੀ ਬੂੰਦਾਂ ਉਹ ਬੇਕਾਰ ਚਲੀਆਂ ਜਾਂਦੀਆਂ ਨੇ। ਕਿੰਨੇ ਵਾਰ ਆਪਾਂ ਸੁਣਦੇ ਹਾਂ, ਕਿੰਨੇ ਵਾਰ ਆਪਾਂ ਨੂੰ ਸਤਸੰਗ ਮਿਲਿਆ, ਪਰ ਅੱਗੇ ਧਰਤੀ ਤਿਆਰ ਨਹੀਂ ਹੈ, ਬੀਜ ਟਿਕ ਨਹੀਂ ਰਿਹਾ ਧਰਤੀ ਵਿੱਚ, ਹਿਰਦੇ ਰੂਪੀ ਧਰਤੀ ਵਿੱਚ। ਬਿਨ ਸੰਗਤਿਓਂ ਮਾਨਈ, ਹੋਏ ਗਈ ਭੱਠ ਛਾਰ। ਫਿਰ ਕਹਿੰਦੇ ਮਨੁੱਖ ਨੂੰ ਵਾਹਿਗੁਰੂ ਤੇ ਭਰੋਸਾ ਰੱਖ ਕੇ, ਭਾਵਨਾ ਰੱਖ ਕੇ, ਪ੍ਰੇਮ ਪਿਆਰ ਦੇ ਨਾਲ ਗੁਰੂ ਦੀ ਬਾਣੀ ਨੂੰ ਗਾਉਣਾ ਚਾਹੀਦਾ, ਪੜ੍ਹਨਾ ਚਾਹੀਦਾ। ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਜਦੋਂ ਬੇਨਤੀ ਕੀਤੀ ਸੰਗਤਾਂ ਨੇ, ਸੱਚੇ ਪਾਤਸ਼ਾਹ ਐਸੀ ਕਿਰਪਾ ਕਰੋ, ਉਨੀ ਤਾਂ ਕਮਾਈ ਨਹੀਂ ਹੁੰਦੀ, ਮੌਤ ਦਾ ਡਰ ਸਤਾਉਂਦਾ ਹੈ, ਤੇ ਮਹਾਰਾਜ ਇੱਕ ਤਾਂ ਇਹ ਦੱਸ ਦਿਓ ਕਿਰਪਾ ਕਰਕੇ ਵੀ ਜਦੋਂ ਮੌਤ ਦਾ ਦਿਨ ਆਉਣਾ, ਕਦੋਂ ਆਉਣਾ, ਕਿੱਥੇ ਜੇ ਆਉਣਾ, ਕਿਵੇਂ ਜੇ ਆਉਣਾ। ਉਹ ਤੋਂ ਅਗਲੀ ਬੇਨਤੀ ਮਹਾਰਾਜ ਸੱਚੇ ਪਾਤਸ਼ਾਹ ਇਹ ਦੱਸ ਦਿਓ ਵੀ ਜਦੋਂ ਮੌਤ ਆਵੇ ਤੇ ਉਹਦੇ ਤੋਂ ਬਾਅਦ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਈਏ, ਵਾਹਿਗੁਰੂ ਦੇ ਦਰ ਦੀ ਖੁਸ਼ੀ ਮਿਲ ਜਾਵੇ, ਐਸੀ ਕਿਰਪਾ ਕਰ ਦਿਓ। ਤਾਂ ਹੁਣ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਲਿਖਿਆ, ਮਹੱਲਾ ਤੀਜਾ, ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਕਹਿੰਦੇ ਭਾਈ ਗੁਰਸਿੱਖੋ, ਇਹ ਤਾਂ ਕਹਿੰਦੇ ਵਾਹਿਗੁਰੂ ਦੇ ਘਰ ਦਾ ਗੁਪਤ ਰਾਜ ਹੈ, ਗੋਹਜ ਭੇਦ ਹੈ। ਇਹ ਤਾਂ ਕਿਸੇ ਨੂੰ ਪਤਾ ਨਹੀਂ ਹੈ ਵੀ ਕਿਵੇਂ ਜੇ ਮਰਨਾ ਹੈ। ਸਰੀਰ ਦੀ ਮੌਤ ਇੱਕ ਤਰ੍ਹਾਂ ਦੇ ਨਾਲ ਨਹੀਂ ਹੁੰਦੀ। ਕਈ ਤਾਂ ਉਹ ਹੁੰਦੇ ਨੇ ਜਿਹੜੇ ਆਪਣੇ ਪਰਿਵਾਰ ਦੇ ਵਿੱਚ ਸਵਾਸ ਛੱਡਦੇ ਨੇ, ਕਈਆਂ ਦੀ ਮੌਤ ਹਸਪਤਾਲ ਵਿੱਚ ਹੁੰਦੀ ਹੈ, ਕਈਆਂ ਦੀ ਮੌਤ ਟ੍ਰੇਨਾਂ ਥੱਲੇ ਆ ਕੇ ਹੋ ਜਾਂਦੀ ਹੈ, ਕਈ ਐਕਸੀਡੈਂਟਾਂ ਵਿੱਚ ਮਰ ਜਾਂਦੇ ਨੇ, ਕੋਈ ਪਾਣੀ ਵਿੱਚ ਡੁੱਬ ਕੇ ਮਰ ਜਾਂਦਾ ਹੈ, ਕਿਸੇ ਨੂੰ ਸੱਪ ਡੰਗ ਮਾਰ ਜਾਂਦਾ, ਕਿਸੇ ਨੂੰ ਹਲਕਾ ਕੁੱਤਾ ਕੱਟ ਲੈਂਦਾ। ਕਿੰਨੇ ਤਰ੍ਹਾਂ ਦੇ ਨਾਲ ਮੌਤ ਹੁੰਦੀ ਹੈ ਸੰਸਾਰ ਤੇ। ਉਹ ਤਾਂ ਮਹਾਰਾਜ ਜੀ ਕਹਿੰਦੇ ਕਹਿ ਨਹੀਂ ਸਕਦੇ ਵੀ ਸਰੀਰ ਦੀ ਮੌਤ ਕਿਸ ਤਰ੍ਹਾਂ ਦੀ ਹੋਵੇ। ਕਿਆ ਜਾਣਾ ਕਿਵ ਮਰਾਂਗੇ, ਕੈਸਾ ਮਰਨਾ ਹੋਏ। ਜਦੋਂ ਸਰੀਰ ਦੇ ਵਿੱਚੋਂ ਸਵਾਸ ਪੂਰੇ ਹੋਣੇ ਨੇ, ਨਿਕਲਣੇ ਨੇ ਸਵਾਸ, ਕਹਿੰਦੇ ਉਹ ਤਾਂ ਨਹੀਂ ਕਹਿ ਸਕਦੇ, ਉਹ ਤਾਂ ਵਾਹਿਗੁਰੂ ਆਪ ਜਾਣਦਾ ਹੈ। ਤੇ ਫਿਰ ਕਹਿੰਦੇ ਇੱਕ ਚੀਜ਼ ਤੁਹਾਨੂੰ ਦੱਸ ਦਿੰਦੇ ਆ, ਮਹਾਰਾਜ ਕਰੋ ਕਿਰਪਾ। ਕਹਿੰਦੇ ਜਿਹੜੇ ਵਾਹਿਗੁਰੂ ਦੇ ਦਰ ਦੀ ਖੁਸ਼ੀ ਹੈ ਨਾ, ਇਹ ਤੁਹਾਨੂੰ ਮਿਲ ਜਾਣੀ ਹੈ ਜਦੋਂ ਸਰੀਰ ਛੱਡ ਦੇਣਾ ਨਾ, ਉਹ ਮਹਾਰਾਜ ਕਰੋ ਕਿਰਪਾ। ਫਿਰ ਸਤਿਗੁਰੂ ਜੀ ਕਹਿੰਦੇ ਸਰੀਰ ਦੇ ਹੁੰਦਿਆਂ ਜੇਕਰ ਸਾਹਿਬ ਮਨੋ ਨਾ ਵਿਸਰੈ, ਕਹਿੰਦੇ ਜੇ ਤੁਸੀਂ ਸੰਸਾਰ ਤੇ ਰਹਿੰਦੇ ਆ, ਨਾਲੇ ਤਾਂ ਆਪਣੇ ਕੰਮ ਧੰਦੇ ਕਰੋ, ਆਪਣੀ ਰੋਜ਼ਮਰਰਾ ਦੀ ਡਿਊਟੀ ਨਿਭਾਓ, ਧੀਆਂ ਭੈਣਾਂ ਦੇ ਆਪਣੇ ਪਰਿਵਾਰ ਦੇ ਘਰ ਦੇ ਕੰਮ ਹੁੰਦੇ ਨੇ, ਚੁੱਲ੍ਹੇ ਚੌਂਕੇ ਦੇ, ਕੱਪੜੇ ਲੀੜੇ ਦੇ, ਪੋਚੇ ਲਾਉਣੇ, ਆਪਣੀਆਂ ਡਿਊਟੀਆਂ ਨੇ ਭਾਈਆਂ ਦੀਆਂ, ਦਫ਼ਤਰ ਜਾਣਾ, ਖੇਤ ਜਾਣਾ, ਬਿਜ਼ਨਸ ਤੇ ਜਾਣਾ, ਸਾਰੀਆਂ ਡਿਊਟੀਆਂ ਕਰਨੀਆਂ। ਇਹ ਡਿਊਟੀਆਂ ਕਰੋ ਤੇ ਨਾਲ ਸਾਹਿਬ ਨੂੰ ਯਾਦ ਰੱਖੋ, ਸਾਹਿਬ ਨੂੰ ਚੇਤੇ ਰੱਖੋ। ਜੇਕਰ ਸਾਹਿਬ ਮਨੋ ਨਾ ਵਿਸਰੇ ਤਾਂ ਸਹਿਲਾ ਮਰਨਾ ਹੋਏ। ਕਹਿੰਦੇ ਫਿਰ ਉਹ ਮਰਨਾ ਸ਼ੋਭਨੀਕ, ਸੁੰਦਰ ਤੇ ਸੁਹਾਵਣਾ ਤੇ ਗੁਰੂ ਦੇ ਦਰ ਤੇ ਪ੍ਰਵਾਨ ਹੋ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਸਾਹਿਬ ਨੂੰ ਚੇਤੇ ਰੱਖਣਾ, ਇਹੋ ਹੀ ਤਾਂ ਗੁਰਸਿੱਖੀ ਦੀ ਕਮਾਈ ਹੈ। ਸਾਹਿਬ ਚੇਤੇ ਰੱਖਣਾ ਕੋਈ ਸੌਖੀ ਗੱਲ ਨਹੀਂ। ਮੋਮ ਦੇ ਦੰਦਾਂ ਨਾਲ ਲੋਹਾ ਚੱਬਣਾ ਹੈ ਜੇ ਸਾਹਿਬ ਨੂੰ ਚੇਤੇ ਰੱਖਣਾ ਹੈ। ਹੁਣ ਵੇਖੋ, ਮੋਮ ਦੇ ਦੰਦਾਂ ਦੇ ਨਾਲ ਲੋਹਾ ਚੱਬਣਾ, ਇਹ ਗੱਲ ਮੇਲ ਹੀ ਨਹੀਂ ਖਾਂਦੀ। ਪਰ ਮਹਾਰਾਜ ਜੀ ਨੂੰ ਪੁੱਛਿਆ ਸਿੱਧਾ ਨੇ,
ਮਹਾਰਾਜ ਨੇ ਲਿਖਿਆ, ਮੈਣ ਕੈ ਦੰਤ ਕਿਉਂ ਖਾਈਐ ਸਾਰ। ਸਿੱਧਾਂ ਨੇ ਪੁੱਛਿਆ, ਮੈਣ ਕਹੀਏ ਮੋਮ, ਸਾਰ ਦਾ ਭਾਵ ਲੋਹਾ। ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਮੋਮ ਦੇ ਦੰਦਾਂ ਦੇ ਨਾਲ ਲੋਹਾ ਕਿਵੇਂ ਖਾ ਸਕਦਾ ਕੋਈ? ਇਹ ਤਾਂ ਗੱਲ ਹੀ ਨਹੀਂ ਮਨ ਲੱਗਦੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ, ਜੇ ਸ਼ਬਦ ਦੀ ਕਮਾਈ ਕਰੀਏ ਤਾਂ ਸਫਲਾ ਹੋ ਜਾਂਦਾ। ਇਹ ਹੋ ਸਕਦਾ, ਹੁੰਦਾ ਹੈ, ਸ਼ਬਦ ਦੀ ਕਮਾਈ ਨਾਲ ਹੈ। ਸੋ ਉਹ ਸ਼ਬਦ ਜਦੋਂ ਅਸੀਂ ਗੁਰੂ ਤੋਂ ਦੂਰ ਚਲੇ ਜਾਂਦੇ ਹਾਂ, ਗੁਰੂ ਤੋਂ ਮੁੱਖ ਮੋੜ ਬੈਠਦੇ ਹਾਂ, ਉਹਦੇ ਤੋਂ ਤਾਂ ਫਿਰ ਸਿੱਖ ਕੋਹਾਂ ਦੂਰ ਨਿਕਲ ਜਾਂਦਾ ਨਾ। ਸ਼ਬਦ ਤਾਂ ਇਹਦੇ ਅੰਦਰੋਂ ਡਿਲੀਟ ਹੀ ਹੋ ਜਾਂਦਾ ਨਾ। ਇੱਕ ਤਰਫਾ ਜੀਵਨ ਜਿਉਂਦਾ ਸੰਸਾਰ, ਇੱਕ ਤਰਫਾ ਕੀ ਆਪਣੇ ਪਰਿਵਾਰ ਤੱਕ ਸੀਮਤ। ਉਹ ਆਪਾਂ ਵਿਚਾਰ ਕਰਾਂਗੇ ਅੱਗੇ। ਸੋ ਸਾਧ ਸੰਗਤ, ਅੱਜ ਦਾ ਆਪਾਂ ਨੇ ਪ੍ਰਕਰਨ ਲਿਆ, ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਕਦੇ ਮਨ ਵਿੱਚ ਇਹ ਭਾਵਨਾ ਬਣ ਜਾਵੇ, ਗੋਲਪਣਾ ਤਾਂ ਆਪਾਂ ਸਾਰੇ ਹੀ ਕਰਦੇ ਹਾਂ ਨਾ। ਆਪਾਂ ਜਿਹੜਾ ਸੰਸਾਰ ਤੇ ਕੀ ਕਰ ਰਹੇ ਹਾਂ ਭਲਾ? ਗੋਲਪਣਾ, ਧੀਆਂ ਪੁੱਤਾਂ ਦਾ ਗੋਲਪਣਾ, ਤੇ ਪਿਓ ਮਾਂ ਪਿਓ ਧੀਆਂ ਪੁੱਤਾਂ ਦਾ ਕਰ ਰਹੇ ਨੇ, ਧੀ ਪੁੱਤ ਮਾਂ ਪਿਓ ਦਾ ਕਰ ਰਹੇ ਨੇ, ਭਰਾ ਭਰਾਵਾਂ ਦਾ ਕਰ ਰਹੇ ਨੇ। ਇਹ ਗੋਲਪਣ ਹੈ। ਸੋ ਉੱਥੇ ਜਦੋਂ ਅਸੀਂ ਇਹ ਗੋਲਪਣਾ ਬੜੇ ਸ਼ੌਂਕ ਨਾਲ ਕਰਦੇ ਹਾਂ, ਕਰਨਾ ਚਾਹੀਦਾ। ਇਹ ਤੋਂ ਬਿਨਾਂ ਅਸੀਂ ਸੰਸਾਰ ਤੇ ਜਿਉ ਨਹੀਂ ਸਕਦੇ। ਤੇ ਫਿਰ ਉੱਥੇ ਸਾਧ ਸੰਗਤ ਆਹ ਬੇਨਤੀ ਵੀ ਤਾਂ ਸਿੱਖ ਨੂੰ ਕਰਨੀ ਚਾਹੀਦੀ ਹੈ। ਕਿਹੜੀ ਬੇਨਤੀ? ਸੁਣੋ, ਇਹ ਜਿਹੜੇ ਦਿਨ ਚੱਲ ਰਹੇ ਨੇ ਨਾ, ਇਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੇ ਨਾਲ ਸੰਬੰਧਿਤ ਨੇ। ਇਹ ਜਿਹੜੇ ਦਿਨ ਦਿਹਾੜੇ ਚੱਲ ਪਏ ਨਾ, ਐਸੇ ਮਹੀਨੇ ਦੀ 19 ਤਰੀਕ ਦਾ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹੈ। ਤੇ ਆਪਾਂ ਨੂੰ ਬੇਨਤੀ ਕਰਨੀ ਨਹੀਂ ਬਣਦੀ ਗੁਰੂ ਨਾਨਕ ਦੇਵ ਸਾਹਿਬ ਦੇ ਚਰਨਾਂ ਵਿੱਚ? ਆਹ ਬੇਨਤੀ ਕਰੀਏ ਸਾਰੇ ਰਲ ਕੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਰਾਖੋ ਰਾਖਣ ਹਾਰ ਦਇਆਲਾ, ਨਾਨਕ ਘਰ ਕੇ ਗੋਲੇ ਜੀ। ਸਾਨੂੰ ਆਪਣੇ ਬਣਾ ਲਓ ਗੋਲੇ, ਬਣਾ ਲਵੋ ਗੋਲੇ। ਧੰਨ ਗੁਰੂ ਨਾਨਕ ਜੀ, ਸਾਨੂੰ ਆਪਣੇ ਬਣਾ ਲਵੋ ਗੋਲੇ। ਧੰਨ ਗੁਰੂ ਨਾਨਕ ਜੀ, ਸਾਨੂੰ ਆਪਣੇ ਬਣਾ ਲਓ ਗੋਲੇ। ਧੰਨ ਗੁਰੂ ਨਾਨਕ ਜੀ, ਸਾਨੂੰ ਆਪਣੇ ਬਣਾ ਲਓ ਗੋਲੇ। ਧੰਨ ਗੁਰੂ ਨਾਨਕ ਜੀ, ਆਪਣੇ ਬਣਾ ਲੋ
ਗੋਲੇ ਧੰਨ ਗੁਰੂ ਨਾਨਕ ਜੀ ਸਾਨੂੰ ਆਪਣੇ ਬਣਾ ਲੋ ਗੋਲੇ ਧੰਨ ਗੁਰੂ ਨਾਨਕ ਜੀ। ਵੇਖੋ ਇੱਕ ਗੱਲ ਦਾ ਰਿਜ਼ਲਟ ਆਪਾਂ ਨੂੰ ਚੇਤੇ ਰੱਖਣਾ ਚਾਹੀਦਾ ਹੈ। ਤੁਹਾਡਾ ਵੀ ਬਿਜ਼ਨਸ ਹੈ, ਤੁਸੀਂ ਵੀ ਕਾਰੋਬਾਰੀ ਸੰਗਤ ਬੈਠੇ ਹੋ। ਆਪਾਂ ਸਾਰੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਸਮਾਜ ਵਿੱਚ ਅੱਗੇ ਵਧਣ ਦੀ ਦੌੜ ਦੇ ਵਿੱਚ ਆ ਸਾਰੇ। ਚੰਗੀ ਗੱਲ ਹੈ, ਮਾੜੀ ਗੱਲ ਨਹੀਂ ਹੈ। ਪਰ ਇੱਕ ਗੱਲ ਦਾ ਰਿਜ਼ਲਟ ਇਹ ਨਿਕਲਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਾਂ ਜਿਹਨੂੰ ਵੀ ਪੁੱਛੀਏ ਵੀ ਤੁਸੀਂ ਕਿਸ ਨੂੰ ਮੰਨਦੇ ਹੋ, ਖਾਸ ਕਰਕੇ ਆਪਾਂ ਜਿਹੜੇ ਗੁਰੂ ਨਾਨਕ ਨਾਮ ਲੇਵਾ ਪਰਿਵਾਰ ਹਾਂ, ਆਪਣਾ ਇੱਕੋ ਹੀ ਜਵਾਬ ਹੈ ਜੀ, ਅਸੀਂ ਗੁਰੂ ਘਰ ਨੂੰ ਮੰਨਦੇ ਹਾਂ। ਇਹਦਾ ਭਾਵ ਹੁੰਦਾ ਹੈ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਇੱਕ ਨਹੀਂ ਅਣਗਿਣਤ ਵਾਰ ਇਹ ਬਚਨ ਸਾਡੀ ਝੋਲੀ ਪਾਉਂਦੇ ਨੇ ਸਤਿਗੁਰ ਜੀ। ਇਹਨੂੰ ਚੇਤੇ ਰੱਖਣਾ ਚਾਹੀਦਾ। ਜੇ ਭੁੱਲ ਗਏ ਨਾ ਬਹੁਤ ਵੱਡਾ ਘਾਟਾ ਪੈ ਜਾਣਾ ਜ਼ਿੰਦਗੀ ਵਿੱਚ, ਬਹੁਤ ਵੱਡਾ ਘਾਟਾ। ਹੁਣ ਇੱਥੇ ਸੰਸਾਰੀ ਤੌਰ ਤੇ ਕੋਈ ਘਾਟਾ ਪੈ ਜਾਵੇ, ਬੰਦੇ ਨੂੰ ਕਈ ਰਾਤਾਂ ਨੀਂਦ ਨਹੀਂ ਆਉਂਦੀ ਜੇ ਕਿਤੇ ਘਾਟਾ ਪੈ ਜਾਵੇ। ਤੇ ਉਧਰ ਮਹਾਰਾਜ ਜੀ ਦੱਸਦੇ ਨੇ ਵੀ ਘਾਟਾ ਕੀ ਪਈ ਜਾਂਦਾ। ਤੇ ਉੱਥੇ ਕਹਿੰਦੇ ਵੇਖ ਤੂੰ 5 ਕਿੱਲਿਆਂ ਤੋਂ ਅੱਜ 50 ਬਣਾਈ ਬੈਠਾ। ਕਦੇ ਤੈਨੂੰ 10,000 ਨੌਕਰੀ ਦਾ ਮਿਲਦਾ ਸੀ, ਅੱਜ 50,000 ਰੁਪਈਆ ਨੌਕਰੀ ਦਾ ਲੈਣਾ। ਕਿੰਨੀ ਚੰਗੀ ਗੱਲ ਹੈ, ਤੂੰ ਤਰੱਕੀ ਕੀਤੀ ਹੈ। ਕਦੇ ਕੱਚਾ ਕੋਠਾ ਸੀ ਮਕਾਨ, ਤੇ ਅੱਜ ਕੋਠੀ ਦਾ ਮਾਲਕ ਬਣਿਆ ਬੈਠਾ, ਜਿਹਦੇ ਤੇ 70 ਲੱਖ ਰੁਪਈਆ ਕਰੋੜ ਰੁਪਈਆ ਵੀ ਲੱਗਿਆ ਪਿਆ। ਪਰ ਕਿੰਨੀ ਚੰਗੀ ਗੱਲ ਹੈ, ਤੂੰ ਤਰੱਕੀ ਕੀਤੀ ਹੈ। ਸਿੱਖਾ ਜੇ ਤੂੰ ਨਾਨਕ ਘਰ ਕਾ ਗੋਲਾ ਨਹੀਂ ਬਣਿਆ ਨਾ, ਕਹਿੰਦੇ 100 ਕੰਗਾਲਾਂ ਦਾ ਕੰਗਾਲ ਰਹਿ ਗਿਆ, ਤੇਰੇ ਪੱਲੇ ਕੱਖ ਵੀ ਨਹੀਂ। ਹੁਣ ਇਹ ਤੋਂ ਵੱਡੀ ਭੁੱਲ ਕੀ ਹੋ ਸਕਦੀ ਹੈ। ਜਿਨ੍ਹਾਂ ਨੂੰ ਆਪਾਂ ਗੁਰੂ ਮੰਨਣ, ਜਾਂ ਤਾਂ ਆਪਾਂ ਇਹ ਕਹੀਏ ਵੀ ਅਸੀਂ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੁਹਾਨੂੰ ਮੰਨਦੇ ਨਹੀਂ, ਫਿਰ ਤਾਂ ਗੱਲ ਵਿਚਾਰ ਹੀ ਖਤਮ ਹੈ। ਵੀ ਜਦੋਂ ਆਪਾਂ ਮੰਨਦੇ ਹੀ ਨਹੀਂ, ਵਿਚਾਰ ਖਤਮ ਹੈ। ਤੇ ਜਦੋਂ ਆਪਾਂ ਇਸ ਗੱਲ ਦਾ ਦਾਅਵਾ ਕਰਦੇ ਹਾਂ ਵੀ ਮਹਾਰਾਜ ਜੀ ਅਸੀਂ ਤੁਹਾਨੂੰ ਮੰਨਦੇ ਹਾਂ, ਤੇ ਫਿਰ ਜਿਹਨੂੰ ਮੰਨਦੇ ਹਾਂ ਭਾਵ ਕੀ ਹੁੰਦਾ, ਇਸ ਗੱਲ ਨੂੰ ਵੀ ਥੋੜ੍ਹਾ ਜਿਹਾ ਸੋਚਣਾ ਪਵੇਗਾ। ਜਿਹਨੂੰ ਆਪਾਂ ਮੰਨਦੇ ਹਾਂ, ਬੱਚੇ ਨੇ ਮੰਨ ਲਿਆ ਵੀ ਮੇਰੀ ਮਾਂ ਹੈ, ਮਾਂ ਨੇ ਮੰਨ ਲਿਆ ਮੇਰਾ ਪੁੱਤ ਹੈ। ਉੱਥੇ ਕੀ ਹੋਇਆ, ਦੋਨਾਂ ਦਾ ਪਿਆਰ ਹੈ। ਜੋ ਬੱਚਾ ਆਖਦਾ ਉਹ ਮਾਂ ਨਹੀਂ ਟਾਲ ਸਕਦੀ, ਜੋ ਮਾਂ ਆਖਦੀ ਹੈ ਉਹ ਬੱਚਾ ਨਹੀਂ ਟਾਲ ਸਕਦਾ। ਮਾਂ ਬੱਚੇ ਦਾ ਕਿਹਾ ਖਿੜੇ ਮੱਥੇ ਮੰਨਦੀ ਹੈ, ਤੇ ਬੱਚਾ ਮਾਂ ਦਾ ਕਿਹਾ ਖਿੜੇ ਮੱਥੇ ਪ੍ਰਵਾਨ ਕਰਦਾ ਹੈ। ਫਿਰ ਤਾਂ ਭਾਵ ਮੰਨ ਲਿਆ। ਜੇ ਹੁਣ ਬੱਚਾ ਮਾਂ ਦੀ ਗੱਲ ਨਹੀਂ ਮੰਨਦਾ ਤੇ ਮਾਂ ਬੱਚੇ ਦੀ ਗੱਲ ਨਹੀਂ ਮੰਨਦੀ, ਫਿਰ ਰਿਸ਼ਤਾ ਕਿਹੜੀ ਗੱਲ ਦਾ ਹੈ। ਬਸ ਉਹੀ ਆਪਣੇ ਤੇ ਟੁੱਕ ਰਹੀ ਹੈ। ਮੰਨਦੇ ਹਾਂ ਜੀ, ਅਸੀਂ ਮੰਨਦੇ ਹਾਂ ਜੀ, ਮੇਰਾ ਸੁਭਾਅ ਸਿੱਧਾ ਜਿਹੀ ਹੈ। ਮੰਨਦੇ ਤਾਂ ਹਾਂ, ਫਿਰ ਠੇਕੇ ਤੇ ਜਾਣੋ ਤਾਂ ਕੋਈ ਨਹੀਂ ਹਟਦੇ, ਕੀ ਮੰਨਿਆ। ਤੇ ਫਿਰ ਪੁੱਠੀਆਂ ਗੱਲਾਂ ਕਰਨੇ ਤਾਂ ਕੋਈ ਨਹੀਂ ਹਟਦੇ। ਮੈਂ ਸਿੱਧੀਆਂ ਜਿਹੀਆਂ ਗੱਲਾਂ ਕਹਿਣਾ ਹੁੰਨਾ, ਆ ਕਾਲਿਆਂ ਤੋਂ ਚਿੱਟੇ ਹੋ ਗਏ। ਬਿਨਾਂ ਸਾਬਣ ਤੋਂ, ਸਾਬਣ ਲਾਉਣ ਦੀ ਲੋੜ ਨਹੀਂ, ਬਿਨਾਂ ਸਾਬਣ ਤੋਂ ਚਮਕਦੇ ਨੇ ਨਾ ਚਿੱਟੇ। ਆਪਾਂ ਵੀ ਬੈਠੇ ਹਾਂ ਤੇ ਚਿੱਟੇ ਹੋ ਗਏ। ਪਰ ਮਾਫ ਕਰਿਓ, ਦੁੱਖ ਨਾਲ ਕਹਿਣਾ ਪੈਂਦਾ ਹੈ, ਇਹ ਮਨ ਹੈ। ਗੁਰਬਾਣੀ ਮਨ ਨੂੰ ਸਮਝਾਉਂਦੀ ਹੈ, ਪਰ ਕਰਤੂਤਾਂ ਅਜੇ ਕਾਲੀਆਂ ਹੀ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰਾਂ ਦੀ ਬਾਣੀ ਜੇ ਕਹਿੰਦੇ ਇਹ ਕਾਲਿਆਂ ਤੋਂ ਚਿੱਟੇ ਹੋ ਗਏ ਨਾ, ਹੁਣ ਕਰਤੂਤ ਵੀ ਸੋਹਣੀ ਕਰ ਲੈ। ਹੁਣ ਤਾਂ ਸਿਵਿਆਂ ਦੇ ਵਿੱਚ ਲੱਤਾਂ ਨੇ, ਜਿਵੇਂ ਆਪਾਂ ਸਿੱਧੇ ਹੀ ਆਖਦੇ ਹੁੰਦੇ ਆ ਨਾ, ਦੇਖ ਫਰੀਦਾ ਜੇ ਥੀਆ ਦਾੜੀ ਹੋਈ ਭੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਉਹ ਗਿਆ ਬਚਪਨ, ਲੰਘ ਗਿਆ ਕਿੱਧਰ ਹੀ ਬਚਪਨ, ਪਤਾ ਨਹੀਂ ਕਿੱਧਰ ਗਿਆ। ਜਦੋਂ ਕਿਤੇ ਬਚਪਨ ਦੀ ਫੋਟੋ ਵੇਖਦੇ ਆ ਤਾਂ ਫਿਰ ਬੰਦਾ ਕਹਿੰਦਾ ਆਹ ਮੇਰੀ ਫੋਟੋ ਹੈ, ਇਹ ਲੰਘ ਗਿਆ। ਸੁਪਨਾ ਹੋ ਗਿਆ, ਬੈਠੇ ਬੈਠੇ ਸੁਪਨਾ ਹੋ ਗਿਆ ਬਚਪਨ, ਸੁਪਨਾ ਹੋ ਗਈ ਜਵਾਨੀ, ਤੇ ਸੁਪਨਾ ਹੋ ਗਈ ਅੱਧਖੜ ਉਮਰ। ਅੱਜ ਬਜ਼ੁਰਗ ਹੋਏ ਬੈਠੇ ਆ 17 ਸਾਲਾਂ ਦੇ, 80 ਸਾਲਾਂ ਦੇ, ਸਭ ਕੁਝ ਅੱਖਾਂ ਦੇ ਸਾਹਮਣੇ ਸੁਪਨਾ ਹੋ ਕੇ ਸਾਧ ਸੰਗਤ ਉਹ ਲੰਘ ਗਿਆ। ਫਿਰ ਹੁਣ ਕਹਿੰਦੇ ਸਮਝਣ ਦਾ ਵੇਲਾ ਹੈ। ਸਾਧ ਸੰਗਤ ਸਮਝਣ ਦਾ ਵੇਲਾ ਸੀ, ਪਰ ਨਹੀਂ ਸਮਝਿਆ। ਨਾਨਕ ਘਰ ਕਾ ਗੋਲਾ ਨਹੀਂ ਬਣਿਆ। ਸਤਿਗੁਰਾਂ ਦੀ ਬਾਣੀ ਪੁਕਾਰ ਪੁਕਾਰ ਕੇ ਇਉਂ ਪਹਿਲਾਂ ਮੈਨੂੰ ਆਖਦੇ ਨੇ,
ਜਥੇ ਨੂੰ ਆਖਦੇ ਨੇ, ਫਿਰ ਤੁਹਾਨੂੰ ਸਾਰਿਆਂ ਨੂੰ ਆਖਦੇ ਨੇ। ਕੀ ਕਹਿੰਦੇ? ਤੇਰਾ ਹੁਣ ਬੰਨਣ ਦਾ ਵੇਲਾ, ਬੇੜਾ ਬੰਨ ਗਾਫਲਾ। ਤੇਰਾ ਹੁਣ ਬੰਨਣੇ 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 ਦਾ ਵੇਲਾ, ਵੇਲਾ ਬੰਨ ਗਾਫਲਾ। ਤੇਰਾ ਹੁਣ ਬੰਨਣੇ ਦਾ ਵੇਲਾ, ਵੇਲਾ ਬੰਨ ਗਾਫਲਾ। ਤੇਰਾ ਹੁਣ ਬੰਨਣੇ ਦਾ ਵੇਲਾ, ਬੇੜਾ ਬੰਨ ਗਾਫਲਾ। ਤੇਰਾ ਹੁਣ ਬੰਨਣੇ ਦਾ ਵੇਲਾ, ਬੇੜਾ ਬੰਨ ਗਾਫਲਾ। ਹੁਣ ਬੰਨਣੇ ਦਾ ਵੇਲਾ, ਬੇੜਾ ਬੰਨ ਗਾਫਲਾ। ਤੇਰਾ ਹੁਣ ਬੰਨਣੇ ਦਾ ਵੇਲਾ, ਬੇੜਾ ਬੰਨ ਗਾਫਲਾ। ਤੇਰਾ ਹੁਣ ਬੰਨਣੇ ਦਾ ਵੇਲਾ, ਵੇਲਾ ਬੰਨ ਗਾਫਲਾ। ਤੇਰਾ ਹੁਣ ਬੰਨਣੇ ਦਾ ਵੇਲਾ, ਵੇਲਾ ਬੰਨ ਗਾਫਲਾ। ਕਿਹੜਾ ਬੇੜਾ ਬੰਨਣ ਨੂੰ ਇਸ਼ਾਰਾ ਕਰਦੇ ਨੇ ਮਹਾਰਾਜ ਜੀ, ਭਗਤ ਫਰੀਦ ਜੀ? ਭਵ ਸਾਗਰ ਦੇ ਵਿੱਚ ਬੈਠੇ ਆ। ਭਵ ਦਾ ਭਾਵ ਭੈ, ਡਰ। ਸਾਗਰ ਦਾ ਅਰਥ ਹੈ ਸਮੁੰਦਰ। ਇਹ ਜਿਹੜਾ ਮਾਤ ਲੋਕ ਹੈ ਨਾ, ਜਿਹਦੇ ਵਿੱਚ ਆਪਾਂ ਵਿਚਰ ਰਹੇ ਆ, ਇਹ ਡਰ ਦਾ ਸਮੁੰਦਰ ਹੈ। ਇਹ ਭਵ ਸਾਗਰ, ਇਹ ਸਾਗਰ ਨੂੰ ਆਪਾਂ ਨੇ ਤਰਨਾ ਹੈ। ਇੱਕ ਸਾਗਰ ਹੈ, ਇੱਕ ਸਮੁੰਦਰ ਹੈ, ਜਿਹਨੂੰ ਕਿਸ਼ਤੀ ਵਿੱਚ ਬੈਠ ਕੇ, ਜਹਾਜ਼ ਵਿੱਚ ਬੈਠ ਕੇ ਤੈਰਿਆ ਜਾ ਸਕਦਾ ਹੈ, ਪਾਰ ਹੋ ਸਕਦੇ ਆ। ਇੱਕ ਸਾਗਰ ਹੈ ਜਿਹਨੂੰ ਸੁਰਤ ਕਰਕੇ ਤਰਨਾ ਹੈ, ਮਤ ਕਰਕੇ ਤਰਨਾ ਹੈ। ਪਰ ਕਹਿੰਦੇ ਬੜੀਆਂ ਆਵਾਜ਼ਾਂ ਮਾਰੀਆਂ ਗੁਰੂ ਦੀ ਬਾਣੀ ਨੇ, ਬੜੇ ਬਾਣ ਮਾਰੇ, ਇੱਕ ਵੀ ਨਹੀਂ ਲੱਗਿਆ। ਭਾਗਾਂ ਵਾਲਿਆਂ ਦੇ ਲੱਗਦੇ ਨੇ। ਤੇ ਫਿਰ ਲਿਖ ਦਿੱਤਾ ਬਾਬਾ ਜੀਆਂ ਨੇ, ਬੇੜਾ ਬੰਧ ਨਾ ਸਕਿਓ ਬੰਧਨ ਕੀ ਵੇਲਾ। ਵੇਲਾ ਸੀ ਬੇੜਾ ਬਣਾਉਣ ਦਾ। ਕਿਹੜਾ ਬੇੜਾ ਬਣਾਉਣਾ ਸੀ? ਸੇਵਾ ਦਾ ਬੇੜਾ, ਸਿਮਰਨ ਦਾ ਬੇੜਾ, ਸ਼ੁਭ ਕਰਮਾਂ ਦਾ, ਉੱਤਮ ਕਰਮਾਂ ਦਾ ਬੇੜਾ, ਪਰ ਉਪਕਾਰਾਂ ਦਾ ਬੇੜਾ, ਦਇਆ ਦਾ, ਨਿਮਰਤਾ ਦਾ ਤੇ ਸਾਧ ਸੰਗਤ। ਉਹ ਬੇੜਾ ਮਨੁੱਖ ਬਣਾਉਣ ਤੋਂ ਚੁੱਕ ਗਿਆ। ਉਹ ਬੇੜਾ ਬੰਨਣਾ ਸੀ। ਭਰ ਸਰਵਰ ਜਬ ਉਛਲੈ ਤਬ ਤਰਨ ਦੁਹੇਲਾ। ਜਦੋਂ ਕਹਿੰਦੇ ਸਮੁੰਦਰ ਉਛਲ ਜਾਵੇ, ਤੂਫਾਨੀ ਆ ਜਾਵੇ ਸਮੁੰਦਰ ਦੇ ਵਿੱਚ, ਤੇ ਕਹਿੰਦੇ ਫਿਰ ਤਾਂ ਜਹਾਜ਼ ਨੂੰ ਵੀ ਉਲਟਾ ਕੇ ਸਿੱਟ ਦਿੰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਹਾਜ਼ ਬੇੜਾ ਵੀ ਡੁੱਬ ਜਾਂਦਾ ਵਿੱਚ ਹੀ। ਕਹਿੰਦੇ ਸਿੱਖਾ, ਜਦੋਂ ਬੁਰੀਆਂ ਆਦਤਾਂ ਰੂਪੀ ਤੂਫਾਨੀ ਆਈ, ਵਿਸ਼ੇ ਵਿਕਾਰਾਂ ਦੀ, ਨਸ਼ਿਆਂ ਦੀ, ਪਾਪਾਂ ਦੀ, ਠੱਗੀਆਂ ਦੀ, ਕਿੰਨੇ ਨੁਕਸ ਨੇ ਇੱਕ ਬੰਦੇ ਦੇ ਵਿੱਚ। ਵੇਖੋ, ਕਦੇ ਖਿਆਲ ਨਹੀਂ ਆਪਾਂ ਕਰਦੇ। ਆਪਾਂ ਨੂੰ ਸੰਸਾਰੀ ਤੌਰ ਤੇ ਕੋਈ ਸੱਜਣ ਮਿੱਤਰ ਧੋਖਾ ਦੇ ਜਾਵੇ, ਵਿਸ਼ਵਾਸਘਾਤ ਕਰ ਜਾਵੇ ਆਪਣੇ ਨਾਲ, ਠੱਗ ਲਵੇ ਆਪਾਂ ਨੂੰ, ਆਪਾਂ ਖੁਦ ਤਾਂ ਕੀ, ਆਪਣੇ ਪਰਿਵਾਰ ਨੂੰ, ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਇਹ ਗੱਲ ਕਹਿ ਦਿੰਦੇ ਆ ਵੀ ਫਲਾਣੇ ਬੰਦੇ ਤੇ ਵਿਸ਼ਵਾਸ ਨਾ ਕਰਿਓ। ਉਹਨੂੰ ਬੁਲਾਉਣ ਦੀ ਗੱਲ ਦੂਰ ਰਹੀ, ਉਹਨੂੰ ਅਸੀਂ ਵੇਖਣਾ ਵੀ ਪਸੰਦ ਨਹੀਂ ਕਰਦੇ ਵੀ ਇਸ ਬੰਦੇ ਨੇ ਵੱਡਾ ਧੋਖਾ ਕੀਤਾ ਹੈ, ਵਿਸ਼ਵਾਸਘਾਤ ਕੀਤਾ ਹੈ, ਇਹ ਬੰਦਾ ਸਹੀ ਨਹੀਂ ਹੈ। ਠੀਕ ਹੈ, ਉਹਨੇ ਆਪਣੇ ਨਾਲ ਬੁਰਾ ਕੀਤਾ ਹੈ, ਮੌਕੇ ਤੇ ਗੁੱਸਾ ਆਉਂਦਾ, ਕ੍ਰੋਧ ਆਉਂਦਾ, ਪਰ ਇਸ ਦੇ ਉਲਟ ਕਦੇ ਵਿਹਲੇ 'ਚ ਬੈਠ ਕੇ ਵਿਚਾਰ ਕਰੀਏ, ਦੁਨੀਆ ਤੇ ਸੰਸਾਰ ਤੇ ਕੋਈ ਵੀ ਬੰਦਾ ਐਡਾ ਵਿਸ਼ਵਾਸਘਾਤੀ ਨਹੀਂ ਹੋ ਸਕਦਾ, ਇੰਨਾ ਧੋਖਾ ਨਹੀਂ ਕਰ ਸਕਦਾ ਜਿੰਨਾ ਸਾਡੇ ਅੰਦਰ, ਸਾਡੇ ਸਰੀਰ ਦੇ ਅੰਦਰ ਰਹਿਣ ਵਾਲਾ ਮਨ ਸਾਡੇ ਨਾਲ ਕਰਦਾ ਹੈ। ਦੁਨੀਆ ਤੇ ਐਡਾ ਕੋਈ ਲੁਟੇਰਾ ਨਹੀਂ, ਐਡਾ ਕੋਈ ਠੱਗ ਨਹੀਂ ਜਿਹੜਾ ਸਾਧ ਸੰਗਤ ਕੋਈ ਸਿਉਨਾ ਲੁੱਟ ਸਕਦਾ, ਕੋਈ ਚਾਂਦੀ ਲੁੱਟ ਸਕਦਾ, ਕੋਈ ਆਪਣੀ ਜ਼ਿੰਦਗੀ ਭਰ ਦੀ ਕੀਤੀ ਕਮਾਈ ਪੈਸਾ ਲੁੱਟ ਸਕਦਾ, ਕੋਈ ਸਾਡੀ ਜ਼ਮੀਨ ਤੇ ਡਾਕਾ ਮਾਰ ਸਕਦਾ। ਪਰ ਪਿਆਰਿਓ, ਉਹਦੇ ਨਾਲੋਂ ਕਈ ਹਜ਼ਾਰ ਕਰੋੜਾਂ ਗੁਣਾ ਕੀਮਤੇ ਜਿਹੜੇ ਵਾਹਿਗੁਰੂ ਨੇ ਸਾਨੂੰ ਸ਼ੁਭ ਗੁਣ ਦਿੱਤੇ, ਮਨ ਪਾਪੀ ਨੇ ਉਹਨਾਂ ਨੂੰ ਲੁੱਟਿਆ। ਮਨ ਉਹਨਾਂ ਨੂੰ ਲੁੱਟਦਾ ਤੇ ਕਦੇ ਮਨ ਵੱਲ ਧਿਆਨ ਕਿਉਂ ਨਹੀਂ ਜਾਂਦਾ, ਕਦੇ ਮਨ ਦੇ ਨਾਲ ਗੁੱਸੇ ਕਿਉਂ ਨਹੀਂ ਹੁੰਦਾ, ਕਦੇ ਮਨ ਨੂੰ ਲਾਹਣਤਾਂ ਕਿਉਂ ਨਹੀਂ ਪਾਉਂਦਾ, ਇਹਦੇ ਨਾਲ ਬੋਲਣੋਂ ਕਿਉਂ ਨਹੀਂ ਹਟਦਾ, ਕਦੇ ਉਚਾਟ ਕਿਉਂ ਨਹੀਂ ਹੋਇਆ। ਸੋ ਉੱਥੇ ਸਾਧ ਸੰਗਤ ਹੁਣ ਬੇੜਾ ਬੰਨਣਾ ਸੀ, ਉਹ ਬੇੜਾ ਬੰਨਣ ਤੋਂ ਦੂਰ ਹੋ ਗਿਆ। ਉਹਦਾ ਕਾਰਨ ਹੀ ਇੱਕ ਹੈ, ਬਹੁਤੇ ਕਾਰਨ ਨਹੀਂ ਹੈਗੇ।
ਜਦੋਂ ਬੰਦਾ ਮਰਨੇ ਨੂੰ ਭੁੱਲਦਾ ਹੈ, ਜਦੋਂ ਬੰਦਾ ਇਹ ਸੰਸਾਰ ਤੋਂ ਜਾਣੇ ਦਾ ਦਿਨ ਵਸਾਰ ਕੇ ਬੈਠ ਜਾਂਦਾ ਹੈ। ਸਿਆਣੇ ਸੱਜਣ ਤਾਂ ਇੱਥੋਂ ਤੱਕ ਕਹਿੰਦੇ ਨੇ, ਸਤਿਗੁਰਾਂ ਦੀ ਬਾਣੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧਨਾਸਰੀ ਰਾਗ ਦੇ ਵਿੱਚ ਕਿਰਪਾ ਕਰਦੇ ਨੇ ਵੀ ਬੰਦਿਆ ਇੱਕ ਦਮ ਦਾ ਹੀ ਮਾਲਕ ਹੈ, ਦੂਜਾ ਦਮ ਤੇਰੇ ਹੱਥ ਵਿੱਚ ਨਹੀਂ। ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਵਿਨਵੈ ਤਿਸੇ ਸਰੇਵੋ ਜਾ ਕੇ ਜੀ ਪ੍ਰਾਣਾ। ਜਿਹੜੇ ਬੰਦਾ ਇੱਕ ਦਮ ਦਾ ਮਾਲਕ ਹੈ ਤੇ ਉਹ ਗੱਲਾਂ ਕਰੇ ਬੜੇ ਹੰਕਾਰ ਦੀਆਂ, ਗੱਲਾਂ ਕਰੇ ਬੜੇ ਮਾਣ ਦੀਆਂ, ਬੇੜਾ ਬੰਨਿਆ ਹੈ ਨਹੀਂ, ਆਵਾਜ਼ਾਂ ਮਾਰਦੇ ਸਤਿਗੁਰ ਜੀ ਬੰਨ ਲੈ, ਨਹੀਂ ਬੰਨਦਾ। ਪਤਾ ਨਹੀਂ ਚਿੱਤ ਕਿੱਥੇ ਲੱਗ ਗਿਆ, ਪਤਾ ਨਹੀਂ ਕਿੱਥੇ ਕੀ ਲੱਭਦਾ ਸੰਸਾਰ ਵਿੱਚੋਂ। ਜਿਹੜੇ ਸੰਸਾਰ ਨੂੰ ਛੱਡ ਕੇ ਤੁਰ ਜਾਣਾ ਹੈ, ਉਸੇ ਸੰਸਾਰ ਦੇ ਵਿੱਚ ਵਾਰ-ਵਾਰ ਸੁਰਤ ਆ ਕੇ ਜਿਹੜੀ ਹੈ ਨਾ ਉਹ ਡਿੱਗ ਰਹੀ ਹੈ। ਸਤਿਗੁਰਾਂ ਦੀ ਬਾਣੀ ਸਿੱਖ ਦੀ ਸੁਰਤ ਨੂੰ ਉੱਚਾ ਚੁੱਕ ਦਿੰਦੇ ਨੇ ਸਤਿਗੁਰ ਜੀ। ਭਾਵ ਜਦੋਂ ਸੁਰਤ ਉੱਚੀ ਚੜ੍ਹ ਗਈ ਤਾਂ ਇਹਨੂੰ ਕਹਿੰਦੇ ਜਾਗਣਾ। ਸੁੱਤਾ ਪਿਆ ਨਾ ਸੁਰਤ ਕਰਕੇ, ਕਿੰਨੇ ਕਿੰਨੇ ਆਵਾਜ਼ਾਂ ਮਾਰਦੇ ਨੇ ਮਹਾਰਾਜ, ਜਾਗ ਲਿਹੋ ਰੇ ਮਨਾ ਜਾਗ ਲਿਹੋ। ਜਿਵੇਂ ਪਿੰਡ ਦੇ ਵਿੱਚ ਕੋਈ ਚੋਰ ਆ ਗਿਆ, ਕਿਸੇ ਨੂੰ ਪਤਾ ਚੱਲ ਗਿਆ ਵੀ ਚੋਰ ਆ ਗਿਆ, ਚੌਂਕੀਦਾਰ ਭੱਜਦਾ, ਪਿੰਡ ਦੇ ਲੋਕ ਕਹਿੰਦੇ ਜਾਗੋ, ਵੀ ਗੁਰੂ ਘਰ ਦੇ ਵਿੱਚੋਂ ਅਨਾਉਂਸਮੈਂਟਾਂ ਹੋ ਜਾਂਦੀਆਂ ਨੇ, ਭਾਈ ਚੋਰ ਆ ਗਏ ਜਾਗੋ। ਤੇ ਗੁਰੂ ਜੀ ਉਹੀ ਤਾਂ ਕਹਿ ਰਹੇ ਨੇ, ਜਾਗ ਲਿਹੋ ਰੇ ਮਨਾ ਜਾਗ ਲਿਹੋ, ਕਹਾਂ ਗਾਫਲ ਸੋਇਆ, ਜੋ ਤਨ ਉਪਜਿਆ ਸੰਗ ਹੀ ਸੋ ਭੀ ਸੰਗ ਨਾ ਹੋਇਆ। ਕਹਿੰਦੇ ਜਿਹੜਾ ਸਰੀਰ ਸਾਨੂੰ ਆਉਂਦਿਆਂ ਨੂੰ ਮਿਲਿਆ, ਜਾਂਦੇ ਤਾਂ ਇਹ ਵੀ ਤੇਰੇ ਨਾਲ ਨਹੀਂ, ਕਿਉਂ ਨਹੀਂ ਜਾਗਦਾ? ਜਾਗਣਾ ਚਾਹੀਦਾ, ਜਾਗਣ ਦਾ ਵੇਲਾ। ਤਾਂ ਸਾਧ ਸੰਗਤ, ਬੇੜਾ ਬੰਧ ਨਾ ਸਕਿਓ ਬੰਧਨ ਕੀ ਬੇਲਾ, ਭਰ ਸਰਵਰ ਜਬ ਉਛਲੇ ਤਬ ਤਰਨ ਦੁਹੇਲਾ, ਫਿਰ ਨਹੀਂ ਤਰਿਆ ਜਾਣਾ। ਜਦੋਂ ਸਮੁੰਦਰ ਦੀਆਂ ਛੱਲਾਂ ਵੱਜਣਗੀਆਂ, ਜਦੋਂ ਵਿਸ਼ੇ ਵਕਾਰ ਬੁਰੀਆਂ ਆਦਤਾਂ ਸਾਡੇ ਤੇ ਭਾਰੂ ਪੈ ਗਈਆਂ, ਫਿਰ ਤਾਂ ਚਾਹ ਕੇ ਵੀ, ਚਾਹੁੰਦਾ ਹੋਇਆ ਵੀ ਸਤਸੰਗ 'ਚ ਨਹੀਂ ਬੈਠਣਾ ਕਦੇ, ਫਿਰ ਚਾਹ ਕੇ ਵੀ ਕਦੇ ਬਾਣੀ ਨਹੀਂ ਪੜ੍ਹੇਗਾ, ਫਿਰ ਤਾਂ ਆਖੇਗਾ ਇਹ ਤਾਂ ਮੇਰਾ ਕੰਮ ਹੀ ਨਹੀਂ। ਕਿਉਂਕਿ ਹੁਣ ਸਮੁੰਦਰ ਜਿਹੜਾ ਨਾ ਸੁਰਤ ਰੂਪੀ, ਉਹ ਪਾਪਾਂ ਨਾਲ ਭਰ ਗਿਆ। ਭਰੀਆ ਮੱਤ ਪਾਪਾਂ ਕੈ ਸੰਗ, ਲਿਖੇ ਪਏ ਨੇ ਮਹਾਰਾਜ ਨੇ ਬਚਨ। ਭਰ ਜਾਂਦੀ ਆ ਇਹ ਹੌਲੀ ਹੌਲੀ। ਕਿਸੇ ਵੀ ਬਰਤਨ ਦੇ ਵਿੱਚ ਕੋਈ ਵਸਤੂ ਪਾਉਣੀ ਸ਼ੁਰੂ ਕਰ ਦਿਓ ਤੇ ਉਹ ਬਰਤਨ ਨੇ ਭਰਨਾ ਹੀ ਆ ਆਖਰ। ਇਸੇ ਤਰ੍ਹਾਂ ਇਹ ਸਰੀਰ ਰੂਪੀ ਜਿਹੜੀ ਮੱਤ ਹੈ ਨਾ ਸਰੀਰ ਦੇ ਵਿੱਚ, ਇਹ ਵੀ ਫਿਰ ਇੱਕ ਨਾ ਇੱਕ ਦਿਨ ਖਿਆਲਾਂ ਦੇ ਨਾਲ, ਜੇ ਬੁਰੇ ਖਿਆਲ ਨੇ ਤਾਂ ਬੁਰਿਆਂ ਨਾਲ ਭਰ ਜਾਂਦੀ ਹੈ, ਜੇ ਚੰਗੇ ਖਿਆਲ ਨੇ ਤਾਂ ਚੰਗਿਆਂ ਨਾਲ ਭਰ ਜਾਂਦੀ ਹੈ। ਪਰ ਸਤਿਗੁਰੂ ਜੀ ਕਹਿੰਦੇ ਇਉਂ ਕਰੋ, ਇੱਕ ਇੱਕ ਬੁਰਿਆਈ, ਇੱਕ ਇੱਕ ਔਗਣ ਛੱਡਦੇ ਜਾਓ। ਜਿਵੇਂ ਸਿੱਖਣ ਵਾਸਤੇ ਬਹੁਤ ਕੁਛ ਹੈ, ਕਿਵੇਂ ਛੱਡੇ ਜਾ ਸਕਦੇ ਨੇ? ਜਿਵੇਂ ਵੇਖੋ ਹੁਣ ਆਪਾਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪ੍ਰਕਾਸ਼ ਪੁਰਬ ਮਨਾਉਂਦੇ ਹਾਂ, ਸ਼ਹੀਦੀ ਪੁਰਬ ਮਨਾਉਂਦੇ ਹਾਂ, ਗੁਰੂ ਕੇ ਲਾਲਾਂ ਦੇ ਮਨਾਉਂਦੇ ਹਾਂ, ਮਹਾਂਪੁਰਖਾਂ ਦੇ ਮਨਾਉਂਦੇ ਹਾਂ। ਕਹਿੰਦੇ ਨਾ ਉਹਦੇ ਤੇ ਜੁਗਤ ਨਾਲ, ਜਾਂ ਜਿਵੇਂ ਸੰਗਰਾਂਦ ਦਾ ਦਿਹਾੜਾ ਮਹੀਨੇ ਬਾਅਦ ਆਉਂਦਾ ਹੈ, ਆਪਾਂ ਗੁਰੂ ਘਰ ਆਉਂਦੇ ਹਾਂ, ਕਹਿੰਦੇ ਉਹ ਨਿਯਮ ਬਣਾ ਲਓ। ਨਿਯਮ ਬਣਾ ਕੇ ਜਦੋਂ ਗੁਰੂ ਘਰ ਆਏ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਆਪ ਹੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਲੋਕ ਦਿੰਦੇ ਨੇ, ਮੁਬਾਰਕਾਂ ਦਿੰਦੇ ਨੇ। ਤੇ ਸਤਿਗੁਰ ਜੀ ਇਹ ਪ੍ਰਕਾਸ਼ ਪੁਰਬ ਤੇ ਮੈਂ ਆਪਣੀ ਜ਼ਿੰਦਗੀ ਦੀ ਇੱਕ ਮਾੜੀ ਆਦਤ ਛੱਡਣੀ ਚਾਹੁੰਦਾ, ਚੰਗੀ ਆਦਤ ਪਾਉਣੀ ਚਾਹੁੰਦਾ। ਹੁਣ ਖਿਆਲ ਕਰ ਲਓ ਵੀ ਇੱਕ ਸਾਲ ਦੇ ਵਿੱਚ 12-13 ਸਮਾਗਮ ਹੋ ਜਾਂਦੇ ਨੇ, ਤੇ ਜੇ 12 ਬੁਰਾਈਆਂ ਛੁੱਟ ਗਈਆਂ, ਉਹਦੇ ਉਲਟ 12 ਗੁਣ ਸਾਡੇ ਅੰਦਰ ਪ੍ਰਵੇਸ਼ ਕਰ ਗਏ, ਕੀ ਜੀਵਨ ਨਹੀਂ ਚੇਂਜ ਹੋਵੇਗਾ? ਚੇਂਜ ਹੋ ਜਾਵੇਗਾ। ਪਰ ਉਦੋਂ ਅਸੀਂ ਧਿਆਨ ਬਹੁਤ ਘੱਟ ਦਿੰਦੇ ਹਾਂ। ਉਸੇ ਕਰਕੇ ਅਸੀਂ ਇਹਨਾਂ ਸਾਈਡਾਂ ਤੋਂ, ਇਹ ਪਾਸਿਆਂ ਤੋਂ ਖਾਲੀ ਰਹਿ ਜਾਂਦੇ ਹਾਂ। ਇਹ ਬੇੜਾ ਇਸੇ ਤਰ੍ਹਾਂ ਹੀ ਬੰਨਿਆ ਜਾਂਦਾ। ਜਿਨ੍ਹਾਂ ਨੇ ਬੰਨੇ ਨੇ ਨਾ, ਉਹ ਫਿਰ ਉਦਮ ਕਰਦੇ ਨੇ, ਬਹੁਤ ਕੋਸ਼ਿਸ਼ ਕਰਦੇ ਨੇ ਗੁਰੂ ਦੀ ਬਾਣੀ ਨਾਲ ਜੁੜ ਕੇ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸਤਿਗੁਰੂ ਸੱਚੇ ਪਾਤਸ਼ਾਹ, ਰਾਏ ਭੋਏ ਦੀ ਤਲਵੰਡੀ ਨਨਕਾਣਾ ਸਾਹਿਬ ਦੀ ਧਰਤੀ, ਪਾਤਸ਼ਾਹ ਜਗਤ ਜਲੰਧਰ ਨੂੰ ਤਾਰ ਰਹੇ ਨੇ। ਵੇਖੋ ਕਲਯੁਗ ਦਾ ਸਮਾਂ ਚੱਲ ਰਿਹਾ ਹੈ। ਜਦੋਂ ਆਪਾਂ ਬਾਣੀ ਪੜ੍ਹਦੇ ਹਾਂ, ਭਾਈ ਗੁਰਦਾਸ ਦੀਆਂ 12 ਪੜ੍ਹਦੇ ਹਾਂ, ਉੱਥੇ ਤਾਰਨ ਸ਼ਬਦ ਆਉਂਦਾ। ਤਾਰਨ, ਕਲਯੁਗ ਬਾਬੇ ਤਾਰਿਆ, ਕਲ ਤਾਰਨ ਗੁਰ ਨਾਨਕ ਆਇਆ। ਤਰਨ ਦਾ ਭਾਵ ਹੁੰਦਾ ਵੀ ਤਾਰਿਆ ਕਿਹਨੂੰ ਜਾਂਦਾ ਹੈ? ਜਿਹੜਾ ਡੁੱਬ ਰਿਹਾ ਹੋਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਤਰਿਆ ਹੀ ਪਿਆ, ਜੇ ਤਰਿਆ ਹੀ ਪਿਆ, ਫਿਰ ਗੁਰੂ ਜੀ ਨੇ ਕਿਹਨੂੰ ਤਾਰਨਾ ਸੀ? ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਜਿਹੜੇ ਕਲਯੁਗ ਦੇ ਅੜਿੱਕੇ ਚੜ੍ਹ ਕੇ ਕਲਯੁਗ ਦੀ ਚੱਕੀ ਦੇ ਪੱਥਰਾਂ ਥੱਲੇ ਆ ਗਏ, ਉਹ ਡੁੱਬ ਰਹੇ ਸੀ। ਤੇ ਫਿਰ ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੋਆ।
ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਆ। ਸੋ ਗੁਰੂ ਨਾਨਕ ਦੇਵ ਸਾਹਿਬ ਜੀ ਰਾਏ ਭੋਇੰ ਦੀ ਤਲਵੰਡੀ, ਸਭ ਤੋਂ ਪਹਿਲੇ ਸਿੱਖ ਗੁਰੂ ਨਾਨਕ ਦੇਵ ਸਾਹਿਬ ਦੇ 5 ਸਾਲ ਵੱਡੇ ਉਮਰ ਦੇ ਵਿੱਚ 5 ਸਾਲ ਵੱਡੇ ਬੇਬੇ ਨਾਨਕੀ ਜੀ ਗੁਰੂ ਨਾਨਕ ਦੇਵ ਸਾਹਿਬ ਦੇ ਪਹਿਲੇ ਸਿੱਖ ਨੇ। ਕਿਉਂਕਿ ਇਤਿਹਾਸ ਹੈ, ਸਭ ਤੋਂ ਪਹਿਲੀ ਜੇ ਪਰਖ ਸੀ ਕਿਸੇ ਨੂੰ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ। ਸਭ ਤੋਂ ਪਹਿਲੀ ਪਰਖ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਜੀ ਪਟਵਾਰੀ ਸਾਹਿਬ ਮਹਿਤਾ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ, ਉਹ ਇੱਕ ਦੁਨਿਆਵੀ ਬੱਚਾ ਸਮਝਦੇ ਰਹੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਇੱਕ ਸੰਸਾਰੀ ਪੁੱਤ ਹੈ। ਮਾਤਾ ਤ੍ਰਿਪਤਾ ਜੀ, ਉਹ ਆਪਣੇ ਪੁੱਤਰ ਨੂੰ ਇੱਕ ਬਹੁਤ ਚੰਗਾ ਪੁੱਤ, ਸਿਆਣਾ ਪੁੱਤ, ਪਰ ਮਾਤਾ ਤ੍ਰਿਪਤਾ ਜੀ ਵੀ ਇਸ ਗੱਲ ਤੋਂ ਅਣਜਾਣ ਸੀ ਵੀ ਮੇਰਾ ਪੁੱਤ ਨਿਰੰਕਾਰ ਸਰੂਪ ਹੈ। ਉਹਨਾਂ ਨੂੰ ਵੀ ਇਸ ਗੱਲ ਬਾਰੇ ਪੂਰਨ ਭਰੋਸਾ ਨਹੀਂ ਸੀ। ਤੇ ਫਿਰ ਬੇਬੇ ਨਾਨਕੀ ਜੀ ਨੂੰ ਕਿਵੇਂ ਪਤਾ ਸੀ ਇਹ ਕਿੱਥੇ ਲਿਖਿਆ? ਜਦੋਂ ਚੂੜਕਾਣੇ ਦੀ ਮੰਡੀ ਗੁਰੂ ਨਾਨਕ ਦੇਵ ਸਾਹਿਬ ਜੀ ਖਰਾ ਸੌਦਾ ਕਰਕੇ ਵਾਪਸ ਆ ਰਹੇ ਨੇ, ਪਿੰਡ ਤੋਂ ਬਾਹਰ ਰੋੜਾਂ ਵਾਲੀ ਧਰਤੀ, ਸੁੱਕਾ ਜਿਹਾ ਛੱਪੜ ਤੇ ਸੁੱਕੀਆਂ ਜਿਹੀਆਂ ਕਿੱਕਰਾਂ, ਇਤਿਹਾਸ ਵਿੱਚ ਲਿਖਿਆ ਭਾਈ ਬਾਲਾ ਜੀ ਦੀ ਸਾਖੀ ਵਾਲੀ ਜਿਹੜੀ ਇਤਿਹਾਸ ਹੈ, ਉਸ ਜਗ੍ਹਾ ਤੇ ਭਾਈ ਬਾਲਾ ਜੀ ਕਹਿੰਦੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮੈਂ ਤਾਂ ਫਿਰ ਫਿਰਨੀ ਨਿਕਲ ਜਾਣਾ। ਕਿਉਂਕਿ ਭਾਈ ਬਾਲਾ ਜੀ ਨੂੰ ਪਤਾ ਸੀ ਵੀ ਗੁਰੂ ਨਾਨਕ ਦੇਵ ਸਾਹਿਬ ਦੇ ਪਿਤਾ ਜੀ ਪਟਵਾਰੀ ਸਾਹਿਬ ਸੁਭਾਅ ਦੇ ਕੈੜੇ ਨੇ, ਜ਼ਰੂਰ ਗੁਰੂ ਜੀ ਨੂੰ ਝਟਕਣਗੇ ਤੇ ਮਾਰ ਪਵੇਗੀ, ਹੋ ਸਕਦਾ ਮੈਂ ਵੀ ਲਪੇਟੇ ਵਿੱਚ ਨਾ ਜਾਵਾਂ। ਜਿਹੜਾ ਖਰਾ ਸੌਦਾ ਕੀਤਾ ਸੀ ਉਹ ਤਾਂ ਸਾਰਾ ਭੋਜਨ ਤੇ ਬਰਤਨ, ਸੱਚੀ ਸੁੱਚੀ ਕਿਰਤ, ਵੰਡ ਛਕਣਾ, ਨਾਮ ਜਪਣਾ ਤੇ ਸਾਧ ਸੰਗਤ, ਉਹ ਉਪਦੇਸ਼ ਦੇ ਕੇ ਮਹਾਰਾਜ ਜੀ ਵਾਪਸ ਆ ਚੁੱਕੇ ਸੀ। ਸੌਦਾ ਕਰ ਆਏ, ਖਰਾ ਸੌਦਾ ਕਰ ਆਏ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਉਹੀ ਸੌਦਾ ਕੀਤਾ, ਅੱਜ ਤੱਕ ਫਲੀ ਭੂਤ ਹੈ, ਕੱਲ ਨੂੰ ਜਦੋਂ ਆਪਾਂ ਨਾ ਹੋਵਾਂਗੇ ਤਾਂ ਫਿਰ ਵੀ ਫਲੀ ਭੂਤ ਰਹੇਗਾ। ਉਹੀ ਸੌਦਾ ਚੱਲ ਰਿਹਾ ਹੈ, ਚੱਲਦਾ ਰਹੇਗਾ। ਹੁਣ ਵੇਖੋ ਦੁਨੀਆ ਦੇ ਉੱਪਰ ਬੜੇ ਸਾਰੇ ਧਰਮ ਸਤਿਕਾਰਯੋਗ ਨੇ, ਕਿਸੇ ਦੀ ਨਿੰਦਿਆ ਨਹੀਂ, ਪਰ ਸਚਾਈ ਹੈ, ਸੱਚ ਕਹਿਣਾ ਜ਼ਰੂਰ ਆਪਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ। ਦੁਨੀਆ ਤੇ ਬੜੇ ਮੰਦਰ, ਬੜੀਆਂ ਮਸਜਿਦਾਂ, ਬੜੇ ਚਰਚ ਘਰ, ਬਹੁਤ ਕੁਛ ਹੈ ਦੁਨੀਆ ਤੇ। ਬੜੇ ਅਮੀਰ ਐਸੇ ਮੰਦਰ ਨੇ ਹਿੰਦੂ ਧਰਮ ਦੇ ਵਿੱਚ ਜਿੱਥੇ ਮਾਇਆ ਗਿਣੀ ਨਹੀਂ ਜਾਂਦੀ, ਪਰ ਗੁਰਮਖੋ ਜੇ 24 ਘੰਟੇ ਕਿਤੇ ਲੰਗਰ ਚੱਲਦਾ ਹੈ, ਉਹ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਵਿੱਚ ਚੱਲਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਸੋ ਉੱਥੇ ਫਿਰ ਜਦੋਂ ਬਾਹਰ ਖੜੇ ਮਹਿਤਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਜੀ ਨੂੰ ਕਹਿਣ ਲੱਗੇ, ਇੱਕ ਤਾਨਾ ਜਾ ਮਾਰ ਕੇ, ਕਿਉਂਕਿ ਜਦੋਂ ਕਿਤੇ ਝਿੜਕਦੇ ਨੇ ਮਾਤਾ ਤ੍ਰਿਪਤਾ ਜੀ ਆਖਦੇ ਨੇ ਕੋਈ ਗੱਲ ਨਹੀਂ, ਅਜੇ ਬੱਚੇ ਨੇ, ਆਪਣੇ ਆਪ ਹੀ ਕਰਨ ਲੱਗ ਜਾਣਗੇ। ਪਰ ਅੱਜ ਤਾਨਾ ਜਾ ਮਾਰ ਕੇ ਕਹਿੰਦੇ ਤੇਰਾ ਲਾਲ ਨਹੀਂ ਆਇਆ। ਮਾਤਾ ਤ੍ਰਿਪਤਾ ਜੀ ਕਹਿੰਦੇ ਕੋਈ ਗੱਲ ਨਹੀਂ ਜੀ, ਆ ਜਾਣਗੇ। ਤਾਂ ਕਹਿੰਦੇ ਨਹੀਂ, ਪਿਛਲਾ ਪਹਿਰ ਹੋ ਗਿਆ। ਤੇ ਉੱਥੋਂ ਫਿਰ ਭਾਈ ਬਾਲਾ ਜੀ ਦੇ ਘਰ ਆਦਮੀ ਭੇਜਿਆ, ਜਾਓ ਬਾਲਾ ਜੀ ਨੂੰ ਪੁੱਛ ਕੇ ਆਓ। ਜਦੋਂ ਭਾਈ ਬਾਲਾ ਜੀ ਦੇ ਘਰ ਗਏ, ਕਹਿੰਦੇ ਜੀ ਅਸੀਂ ਤਾਂ ਘੰਟਾ ਡੇਢ ਘੰਟਾ ਹੋ ਗਿਆ ਸਾਨੂੰ ਆਇਆਂ ਨੂੰ। ਫਿਰ ਕਹਿੰਦੇ ਨਾਨਕ ਜੀ ਕਿੱਥੇ ਨੇ? ਕਹਿੰਦੇ ਜੀ ਉਹ ਤਾਂ ਬਾਹਰ ਉੱਥੇ ਕਿੱਕਰਾਂ ਨੇ, ਛੱਪੜ ਦੇ ਉੱਪਰ ਖੜ ਗਏ ਸੀ। ਅੱਛਾ, ਗੁੱਸੇ ਵਿੱਚ ਆ ਗਏ, ਕ੍ਰੋਧ ਵਿੱਚ ਆ ਗਏ। ਮਹਿਤਾ ਕਲਿਆਣ ਦਾਸ ਜੀ ਗੁੱਸੇ ਵਿੱਚ ਘਰੋਂ ਨਿਕਲੇ, ਇਸ਼ਾਰੇ ਮਾਤਰ, ਟੂਕ ਮਾਤਰ ਗੱਲ ਕਰ ਰਹੇ ਆ। ਬੇਬੇ ਨਾਨਕੀ ਜੀ ਕਿਵੇਂ ਆਪਣੇ ਵੀਰ ਨੂੰ ਪਰਮੇਸ਼ਰ ਸਰੂਪ ਦੱਸ ਰਹੇ ਨੇ। ਜਦੋਂ ਗੁੱਸੇ ਵਿੱਚ ਆ ਕੇ ਚੱਲੇ ਨੇ, ਮਾਤਾ ਤ੍ਰਿਪਤਾ ਜੀ ਨੂੰ ਚਿੰਤਾ ਪੈ ਗਈ, ਬੇਬੇ ਨਾਨਕੀ ਜੀ ਨੂੰ ਚਿੰਤਾ ਪੈ ਗਈ ਵੀ ਪਿਤਾ ਜੀ ਦਾ ਸੁਭਾਅ ਕਰੜਾ ਹੈ, ਅੱਜ ਮੇਰੇ ਵੀਰ ਦੇ ਨਾਲ ਕੋਈ ਅਣਹੋਣੀ ਨਾ ਵਾਪਰ ਜਾਵੇ। ਸਾਰਾ ਪਰਿਵਾਰ ਭੱਜ ਲਿਆ ਪਿਤਾ ਜੀਆਂ ਦੇ ਪਿੱਛੇ, ਤੇ ਹੋਰ ਵੀ ਸੰਗਤਾਂ ਨਗਰ ਦੀਆਂ ਵੇਖ ਕੇ ਕੀ ਹੋ ਰਿਹਾ, ਇਸ ਤਰ੍ਹਾਂ ਕਾਫੀ ਵੱਡਾ ਇਕੱਠ ਉਧਰ ਨੂੰ ਜਾ ਰਿਹਾ। ਸਭ ਤੋਂ ਅੱਗੇ ਬੇਬੇ ਨਾਨਕੀ ਨੇ, ਸਾਡੇ ਜਾਣ ਤੋਂ ਪਹਿਲਾਂ ਪਿਤਾ ਜੀ ਕੋਈ ਐਸੀ ਗੱਲ ਨਾ ਕਰ ਦੇਣ। ਜਦੋਂ ਪਹੁੰਚ ਗਏ ਨੇ, ਜਾਂਦਿਆਂ ਸਾਰ ਮਹਿਤਾ ਕਲਿਆਣ ਦਾਸ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਜੀ ਆਪਣੇ ਧਿਆਨ ਵਿੱਚ ਮਗਨ, ਉਹਨਾਂ ਨੂੰ ਕੋਈ ਭੈ, ਕੋਈ ਚਿੰਤਾ, ਕੋਈ ਡਰ ਨਹੀਂ ਹੈ, ਮਗਨ ਖੜੇ ਨੇ। ਤੇ ਉੱਥੇ ਜਾ ਕੇ ਬਾਂਹ ਤੋਂ ਫੜ ਕੇ ਕਹਿੰਦੇ ਨਾਨਕ ਜੀ, ਹਾਂ ਪਿਤਾ ਜੀ, ਦੋਨੋਂ ਹੱਥ ਜੋੜੇ, ਸਾਨੂੰ ਸੰਸਾਰੀ ਲੋਕਾਂ ਨੂੰ ਸਿਖਾਇਆ, ਤੁਸੀਂ ਕਿੱਡੇ ਵੀ ਵੱਡੇ ਬਣ ਜਿਓ,
ਇੱਕ ਪਿਤਾ ਦਾ ਜਿਹੜਾ ਸਤਿਕਾਰ ਹੈ ਉਹ ਕਦੇ ਭੁੱਲਣਾ ਨਹੀਂ ਹੈ। ਨਾਨਕ ਜੀ ਤੁਹਾਨੂੰ ਖਰਾ ਸੌਦਾ ਕਰਨ ਭੇਜਿਆ ਸੀ, ਸੌਦਾ ਕਿੱਥੇ ਹੈ? ਤੂੰ ਸੌਦਾ ਕਰ ਆਇਆ? ਹਾਂ ਪਿਤਾ ਜੀ ਮੈਂ ਸੌਦਾ ਕਰ ਆਇਆ। ਤੇ ਮੈਨੂੰ ਸੌਦਾ ਵਿਖਾ ਕਿੱਥੇ ਹੈ? ਪਿਤਾ ਜੀ ਤੁਸੀਂ ਆਖਿਆ ਸੀ ਚੰਗਾ ਜਿਹਾ ਸੌਦਾ ਕਰੀ, ਮੈਂ ਚੰਗਾ ਸੌਦਾ ਕਰਕੇ ਆਇਆ। ਕਹਿੰਦੇ ਮੈਨੂੰ ਟੇਢੇ ਮੇਢੇ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਨਾ ਕਰ, ਸੌਦਾ ਦੱਸ ਕਿੱਥੇ ਹੈ? ਪਿਤਾ ਜੀ ਉਹ ਸੌਦਾ ਵੇਖਣ ਵਿੱਚ ਨਹੀਂ ਆਉਂਦਾ, ਪਰ ਮੈਂ ਕਰ ਆਇਆ। ਹੋਰ ਗੁੱਸਾ ਆ ਗਿਆ, ਹੋਰ ਕ੍ਰੋਧ ਆ ਗਿਆ। ਅਖੀਰ ਤੇ ਜਾ ਕੇ ਬਾਂਹ ਨੂੰ ਜਿਹੜਾ ਸੀ ਨਾ ਇਉਂ ਝਟਕਾ ਦੇ ਕੇ ਕਹਿੰਦੇ ਮੈਨੂੰ ਬੰਦਿਆਂ ਵਾਂਗੂ ਦੱਸ ਸੌਦਾ ਕਿੱਥੇ ਹੈ? ਤੇ ਸਤਿਗੁਰਾਂ ਨੇ ਫਿਰ ਜੋ ਜੋ ਹੋਇਆ ਸੀ, ਚੂੜਕਾਣੇ ਦੀ ਮੰਡੀ, ਛੱਪੜ ਦੇ ਕਿਨਾਰੇ ਸਾਧੂਆਂ ਦੀ ਮੰਡਲੀ ਬੈਠੀ, ਉਹ ਸਾਰਾ ਖੋਲ ਕੇ ਦੱਸ ਦਿੱਤਾ। ਪਿਤਾ ਜੀ ਮੈਂ ਆਹ ਸੌਦਾ ਕਰ ਆਇਆ। ਜਿਉਂ-ਜਿਉਂ ਸਤਿਗੁਰ ਜੀ ਦੱਸੀ ਜਾਂਦੇ ਨੇ ਪਟਵਾਰੀ ਸਾਹਿਬ ਦਾ ਪਾਰਾ ਚੜ੍ਹੀ ਜਾਂਦਾ ਹੈ। ਤੇ ਜਦੋਂ ਦੱਸ ਹਟੇ, ਬੇਬੇ ਨਾਨਕੀ ਦਾ 5 ਕਦਮਾਂ ਦਾ ਫਰਕ ਰਹਿ ਗਿਆ ਆਪਣੇ ਵੀਰ ਦੇ ਨਾਲੋਂ। ਤੇ ਪਟਵਾਰੀ ਸਾਹਿਬ ਨੇ ਸਤਿਗੁਰਾਂ ਦੇ ਇੱਕ ਸੱਜੇ ਪਾਸੇ ਮੁੱਖ ਤੇ ਇੱਕ ਖੱਬੇ ਪਾਸੇ ਮੁੱਖ ਤੇ ਲਗਾਤਾਰ 2 ਚਪੇੜਾਂ ਮਾਰੀਆਂ, ਕ੍ਰੋਧ ਵਿੱਚ ਆ ਕੇ, ਗੁੱਸੇ ਵਿੱਚ ਆ ਕੇ। ਤੇ ਸਾਧ ਸੰਗਤ ਜਦੋਂ ਤੀਜੀ ਮਾਰਨ ਲੱਗੇ ਨੇ, ਬੇਬੇ ਨਾਨਕੀ ਜੀ ਵਿਚਕਾਰ ਹੋ ਗਏ ਤੇ ਆਪਣੇ ਪਿਤਾ ਦੀ ਬਾਂਹ ਫੜ ਲਈ। ਉੱਥੇ ਇਤਿਹਾਸ ਕਹਿੰਦਾ ਸਤਿਗੁਰਾਂ ਦੇ 2 ਸਿੱਖ ਆ ਗਏ ਉੱਥੇ। 2 ਸਿੱਖ ਕਿਹੜੇ ਕਿਹੜੇ? ਪਹਿਲੇ ਬੇਬੇ ਨਾਨਕੀ ਜੀ ਤੇ ਦੂਜੇ ਰਾਏ ਬੁਲਾਰ ਜੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਰਾਏ ਬੁਲਾਰ ਜੀ ਨੂੰ ਵੀ ਸੱਦਾ ਭੇਜ ਦਿੱਤਾ ਵੀ ਆ ਜਾਓ, ਜਲਦੀ ਆ ਜਾਓ, ਪਿਤਾ ਜੀ ਗੁੱਸੇ ਵਿੱਚ ਨੇ। ਤੇ ਭਾਈ ਜਦੋਂ ਤੀਜੀ ਚਪੇੜ ਮਾਰਨ ਲੱਗੇ, ਬੇਬੇ ਨਾਨਕੀ ਜੀ ਨੇ ਆਪਣੇ ਪਿਤਾ ਜੀ ਦਾ ਹੱਥ ਫੜ ਲਿਆ। ਪਿਤਾ ਜੀ ਆ ਕੀ ਕਰ ਰਹੇ ਹੋ? ਆਪਣੇ ਪਿਆਰੇ ਵੀਰ, ਕਿਉਂਕਿ ਸਰੀਰ 2 ਸੀ, ਸਰੀਰ 2 ਸੀ, ਪਰ ਸੋਚ, ਆਤਮਾ, ਰੂਹ, ਜੋਤ ਇੱਕੋ ਹੀ ਸੀ, ਬੇਬੇ ਨਾਨਕੀ ਦੀ ਔਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੀ। ਫਰਕ ਨਹੀਂ ਸੀ ਕੋਈ। ਤੇ ਜਦੋਂ ਬੁੱਕਲ ਵਿੱਚ ਲੈ ਕੇ ਆਪਣੇ ਵੀਰ ਦੇ ਹੰਝੂ ਪੂੰਝੇ ਤੇ ਆਪਣੇ ਪਿਤਾ ਨੂੰ ਘੂਰ ਕੇ ਬੇਬੇ ਨਾਨਕੀ ਜੀ ਨੇ ਇਉਂ ਆਪਣੇ ਪਿਤਾ ਨੂੰ ਸਵਾਲ ਕੀਤਾ ਸੀ, ਮੇਰੇ ਵੀਰ ਦੇ ਚਪੇੜ ਕਾਹਤੋਂ ਮਾਰੀ ਬਾਬਲਾ, ਸੋਹਣੇ ਮੁਖ ਤੇ ਵੀਰ ਦੇ ਚਪੇੜ ਕਾਹਤੋਂ ਮਾਰੀ ਬਾਬਲਾ, ਮੇਰੇ ਵੀਰ ਦੇ ਚਪੇੜ ਕਾਹਤੋਂ ਮਾਰੀ ਬਾਬਲਾ, ਮੇਰੇ ਵੀਰ ਦੇ ਵੀਰ ਦੇ ਚਪੇੜ ਕਾਹਤੋਂ ਮਾਰੀ ਬਾਬਲਾ, ਸੋਹਣੇ ਮੁਖ ਤੇ ਵੀਰ ਦੇ ਚਪੇੜ ਕਾਹਤੋਂ ਮਾਰੀ ਬਾਬਲਾ, ਮੇਰੇ ਵੀਰ ਦੇ ਚਪੇੜ ਕਾਹਤੋਂ ਮਾਰੀ ਬਾਬਲਾ, ਸੋਹਣੇ ਮੁਖ ਤੇ ਮੇਰੇ ਵੀਰ ਦੇ ਚਪੇੜ ਕਾਹਤੋਂ ਮਾਰੀ ਬਾਬਲਾ, ਮੇਰੇ ਵੀਰੇ ਦੇ ਚਪੇੜ ਕਾਹਤੋਂ ਮਾਰੀ ਬਾਬਲਾ, ਮੇਰੇ ਵੀਰੇ ਦੇ ਵੀਰ ਦੇ ਚਪੇੜ ਕਾਹਤੋਂ ਮਾਰੀ ਬਾਬਲਾ, ਮੇਰੇ 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 ਵੀਰ ਦੇ ਐ ਪਿਤਾ ਜੀ ਸੋਹਣੇ ਮੁਖ ਤੇ ਚਪੇੜ ਕਿਉਂ ਮਾਰੀ? ਕਾਰਨ ਦੱਸੋ। ਮੇਰੇ ਵੀਰ ਨੂੰ ਚਪੇੜ ਮਾਰੀ ਹੈ, ਖਬਰਦਾਰ ਹੋ ਜਿਓ, ਦੂਜੀ ਚਪੇੜ ਨਾ ਮਾਰ ਦਿਓ। ਅੱਖਾਂ ਵਿੱਚੋਂ ਅਥਰੂ ਪਿਆਰ ਦੇ, ਪਰ ਪਿਆਰਿਓ ਇੱਥੇ ਇੰਨਾ ਕੁਝ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਦੇਣ ਕਿੱਥੇ ਦੇਵਾਂਗੇ? ਉਹ ਪਰਉਪਕਾਰ, ਉਹ ਆਪਣੇ ਤੇ ਕਿਰਪਾ ਕੱਲਾ ਉਦੋਂ ਨਹੀਂ ਜਦੋਂ ਮਹਾਰਾਜ ਜੀ ਸਰੀਰ ਧਾਰਨ ਕਰਕੇ ਆਏ, ਅੱਜ ਵੀ ਕਰ ਰਹੇ ਨੇ, ਕਰਦੇ ਰਹਿਣਗੇ। ਅਫਸੋਸ ਸਾਡੇ ਕੋਲ ਉਹਨਾਂ ਸਮਾਂ ਹੀ ਨਹੀਂ ਵੀ ਅਸੀਂ ਗੁਰੂ ਦੀ ਬਾਣੀ ਨੂੰ ਇੰਨਾ ਡੂੰਘਾਈ ਨਾਲ ਵਿਚਾਰ ਸਕੀਏ।
ਤੇ ਉਹ ਫਿਰ ਗੁਰਬਾਣੀ ਨੂੰ ਮੰਨਣ ਦੀ ਕੋਸ਼ਿਸ਼ ਕਰੀਏ, ਕਮਾਉਣ ਦੀ ਕੋਸ਼ਿਸ਼ ਕਰੀਏ, ਉਹਨਾਂ ਸਮਾਂ ਹੀ ਨਹੀਂ ਆਪਣੇ ਕੋਲੇ। ਹੁਣ ਜੇ ਸਤਿਗੁਰਾਂ ਦੇ ਇੱਕ ਸ਼ਬਦ ਦੀ ਵੀ ਵਿਚਾਰ ਕਰ ਲਈਏ ਨਾ, ਸਿਰਫ ਇੰਨਾ ਹੀ, ਆਦ ਸੱਚ ਜੁਗਾਦ ਸੱਚ ਹੈ ਭੀ ਸੱਚ। ਗੁਰੂ ਨਾਨਕ ਦੇਵ ਸਾਹਿਬ ਜੀ ਕਿਤੇ ਨਹੀਂ ਗਏ, ਸੱਚ ਨੇ ਆਪਣੇ ਕੋਲ ਨੇ, ਮੇਰੇ ਵੀ ਕੋਲ ਨੇ, ਤੁਹਾਡੇ ਵੀ ਕੋਲ ਨੇ, ਸੱਜੇ ਵੀ ਉਹੀ ਨੇ, ਖੱਬੇ ਵੀ ਉਹੀ ਨੇ, ਇੱਥੇ ਵੀ ਉਹ ਨੇ, ਉੱਥੇ ਵੀ ਉਹ ਨੇ। ਕਿਤੋਂ ਵੀ ਗੁਰੂ ਗੈਰ ਹਾਜ਼ਰ ਨਹੀਂ, ਸਿੱਖ ਗੈਰ ਹਾਜ਼ਰ ਹੋ ਜਾਂਦਾ ਹੈ। ਨਾਨਕ ਹੋਸੀ ਭੀ ਸੱਚ, ਜਦੋਂ ਆਪਾਂ ਨਾ ਹੋਵਾਂਗੇ ਸੰਸਾਰ ਤੇ ਗੁਰੂ ਨਾਨਕ ਦੇਵ ਸਾਹਿਬ ਜੀ ਉਦੋਂ ਵੀ ਹੋਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿੰਨੇ ਦੁੱਖ ਦੀ ਗੱਲ ਹੈ, ਕਿੰਨੇ ਅਫਸੋਸ ਦੀ ਗੱਲ ਹੈ। ਤੇ ਸਾਧ ਸੰਗਤ ਉੱਥੇ ਫਿਰ ਕਹਿੰਦੇ ਮੇਰੇ ਵੀਰੇ ਨੂੰ ਚਪੇੜ। ਰਾਏ ਬੁਲਾਰ ਜੀ ਆ ਗਏ। ਰਾਏ ਬੁਲਾਰ ਜੀ ਕਹਿੰਦੇ ਮਹਿਤਾ ਕਲਿਆਣ ਦਾਸ ਜੀ ਕੀ ਹੋ ਰਿਹਾ ਹੈ? ਬੇਬੇ ਨਾਨਕੀ ਜੀ ਕਹਿੰਦੇ ਰਾਏ ਬੁਲਾਰ ਜੀ ਚਪੇੜਾਂ ਮਾਰੀਆਂ ਨੇ ਵੀਰ ਨੂੰ। ਰਾਏ ਬੁਲਾਰ ਜੀ ਗੁੱਸੇ ਹੋ ਗਏ, ਕਿਉਂਕਿ ਰਾਏ ਬੁਲਾਰ ਜੀ ਦੀ ਜਿਹੜੀ ਭਾਵਨਾ ਸੀ, ਜਿਹੜੀ ਸ਼ਰਧਾ ਸੀ, ਕਦੇ ਪੁੱਛਿਆ ਸੀ ਰਾਏ ਬੁਲਾਰ ਨੂੰ? ਖਿਆਲ ਕਰਿਓ ਕੌਣ ਸੀ ਰਾਏ ਬੁਲਾਰ? ਮੁਸਲਮਾਨ ਚੌਧਰੀ ਰਾਜਿਆਂ ਵਰਗੀ ਠਾਠ, ਇਲਾਕੇ ਦਾ ਜਿਹੜਾ ਨਾਮੀ ਬੰਦਾ ਸੀ। ਤੇ ਪਿਆਰਿਓ ਰਾਏ ਬੁਲਾਰ ਨੂੰ ਪੁੱਛਿਆ, ਰਾਏ ਬੁਲਾਰ ਤੇਰਾ ਐਡਾ ਵੱਡਾ ਕਾਰੋਬਾਰ, ਇੰਨੀ ਜ਼ਮੀਨ ਦਾ ਮਾਲਕ, ਇੰਨੇ ਰੱਥ, ਇੰਨੇ ਘੋੜੇ, ਇੰਨੀਆਂ ਫੌਜਾਂ ਤੇਰੇ ਕੋਲ, ਐਡਾ ਵੱਡਾ। ਰਾਏ ਬੁਲਾਰ ਦੀਆਂ ਅੱਖਾਂ ਵਿੱਚੋਂ ਹੰਝੂ ਆ ਗਏ। ਇੱਕ ਮੁਸਲਮਾਨ ਵੀਰ ਸਾਨੂੰ ਗਿਆਨ ਕਰਵਾ ਰਿਹਾ ਹੈ, ਸਾਨੂੰ ਸਿੱਖਾਂ ਨੂੰ ਗਿਆਨ ਕਰਵਾ ਰਿਹਾ ਹੈ। ਅੱਖਾਂ ਵਿੱਚੋਂ ਹੰਝੂ ਆ ਗਏ, ਗਲਾ ਭਰ ਗਿਆ। ਤੇ ਕਹਿਣ ਲੱਗੇ ਰਾਏ ਬੁਲਾਰ ਅੱਖਾਂ ਵਿੱਚੋਂ ਹੰਝੂ, ਕਹਿੰਦੇ ਤੁਸੀਂ ਸਾਰੇ ਵਾਰ-ਵਾਰ ਆਖੀ ਜਾਂਦੇ ਹੋ ਰਾਏ ਬੁਲਾਰ ਤੇਰਾ ਐਡਾ ਵੱਡਾ ਖੇਤ, ਤੇਰੇ ਇੰਨੇ ਘੋੜੇ, ਇੰਨੇ ਰੱਥ, ਬੱਗੀਆਂ, ਨੌਕਰ, ਕਹਿੰਦੇ ਫਿਰ ਹੈ ਨਹੀਂ ਤੇਰੇ? ਤੇ ਰਾਏ ਬੁਲਾਰ ਨੇ ਜਿਹੜਾ ਜਵਾਬ ਦਿੱਤਾ ਸੀ ਨਾ, ਉਹ ਕੰਨ ਖੋਲ ਕੇ ਸੁਣਿਓ। ਕਹਿੰਦਾ ਨਹੀਂ, ਮੈਂ ਤਾਂ ਨੌਕਰ ਹਾਂ, ਇਹਨਾਂ ਦੇ ਮਾਲਕ ਤਾਂ ਧੰਨ ਗੁਰੂ ਨਾਨਕ ਦੇਵ ਸਾਹਿਬ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤਾਂ ਸਭ ਗੁਰੂ ਨਾਨਕ ਦੇਵ ਸਾਹਿਬ ਦੀ ਬਦੌਲਤ ਹੈ, ਗੁਰੂ ਨਾਨਕ ਦੇਵ ਸਾਹਿਬ ਦੀ ਕਿਰਪਾ। ਉਦੋਂ ਗੁਰੂ ਜੀ ਸ਼ਰੀਰ ਕਰਕੇ ਸੀ ਰਾਏ ਭੋਜ ਦੀ ਤਲਵੰਡੀ। ਜਿਹੜੇ ਲੋਕੀ ਕਹਿੰਦੇ ਸੀ ਨਾ ਕੁਰਾਈਆ, ਬੇਤਾਲਾ ਤੇ ਸਾਧ ਸੰਗਤ, ਪਰ ਇੱਕ ਮੁਸਲਮਾਨ ਵੀਰ ਕਹਿੰਦਾ ਮੇਰਾ ਅੱਲਾ, ਮੇਰਾ ਖੁਦਾ, ਮੇਰਾ ਨਾਨਕ ਹੈ। ਤੇ ਆਪਾਂ ਨੂੰ ਇਹ ਚੀਜ਼ਾਂ ਆਪਣਾ ਧਿਆਨ ਖਿੱਚਦੀਆਂ ਨੇ। ਸਿੱਖਾ ਤੂੰ ਕਿੱਥੇ ਖੜ ਗਿਆ? ਕੱਚ ਦੀ ਬੋਤਲ 'ਚ ਹੀ ਡੁੱਬ ਗਿਆ, ਬਸ ਇਹਦੇ 'ਚੋਂ ਨਹੀਂ ਨਿਕਲ ਸਕਿਆ, ਸਾਰੀ ਜ਼ਿੰਦਗੀ ਲੰਘਾਤੀ। ਕਹਿੰਦਾ ਇਹਦੇ ਬਗੈਰ ਨਹੀਂ ਸਰਦਾ, ਮੇਰਾ ਗੁਰੂ ਨਾਨਕ ਬਿਨਾਂ ਸਰਜੂ। ਇਹੋ ਹੀ ਫੈਸਲਾ ਨਾ ਆਪਣਾ, ਕੱਚ ਦੀ ਬੋਤਲ ਬਗੈਰ ਨਹੀਂ ਸਰਦਾ। ਇਹ ਹੈ ਥੋੜਾ ਜਿਹਾ ਕਰੜਾ ਬਚਨ ਹੈ, ਪਰ ਗੁਰੂ ਨਾਨਕ ਦੇਵ ਸਾਹਿਬ ਜੀ ਤੁਹਾਡੇ ਬਿਨਾਂ ਮੇਰਾ ਸਰਦਾ ਹੈ। ਹੁਣ ਰਾਏ ਬੁਲਾਰ ਮੁਸਲਮਾਨ ਹੈ, ਉਹ ਕਹਿੰਦਾ ਮੈਂ ਸਾਰੇ ਕਾਸੇ ਬਗੈਰ ਸਾਰ ਲੂੰ, ਮੇਰਾ ਗੁਰੂ ਨਾਨਕ ਬਿਨਾਂ ਨਹੀਂ ਸਰਦਾ। ਫੈਸਲਾ ਕਰਿਓ ਕੌਣ ਚੰਗਾ ਫਿਰ। ਬਸ ਇਹਦਾ ਜਵਾਬ ਨਹੀਂ ਆਪਣੇ ਕੋਲ। ਇੱਥੇ ਆ ਕੇ ਆਪਾਂ ਫੇਲ ਹਾਂ, ਇੱਥੇ ਆ ਕੇ ਆਪਣਾ ਕੋਈ ਨੰਬਰ ਨਹੀਂ ਹੈ। ਤੇ ਭਾਈ ਬੇਬੇ ਨਾਨਕੀ ਜੀ ਕਹਿੰਦੇ, ਰਾਏ ਬੁਲਾਰ ਜੀ ਕਹਿੰਦੇ ਖਬਰਦਾਰ ਹੋ ਜੀ, ਜੇ ਕਿਤੇ ਗੁਰੂ ਨਾਨਕ ਦੇਵ ਸਾਹਿਬ ਨੂੰ ਝਿੜਕਿਆ, ਦੱਸ ਤੇਰਾ ਕੀ ਖੋਇਆ ਗਿਆ, ਕਿਹੜਾ ਘਾਟਾ ਪੈ ਗਿਆ। ਮਹਿਤਾ ਕਲਿਆਣ ਦਾਸ ਜੀ ਦਾ ਅਗਲਾ ਬੋਲ ਸੀ, ਕਹਿੰਦਾ ਰਾਏ ਬੁਲਾਰ ਜੀ, ਕਿਉਂਕਿ ਪਿਤਾ ਗੁੱਸੇ ਵਿੱਚ ਸੀ, ਗੁੱਸੇ ਵਿੱਚ ਬੰਦਾ ਵੱਡੇ ਛੋਟੇ ਨੂੰ ਨਹੀਂ ਵੇਖਦਾ। ਇਹ ਵੀ ਇੱਕ ਗੱਲ ਹੈ, ਵੱਡੇ ਛੋਟੇ ਨੂੰ ਵੇਖਦਾ ਨਹੀਂ, ਆਦਰ ਨਰਾਦਰ ਭੁੱਲ ਜਾਂਦਾ। ਕ੍ਰੋਧ ਦੇ ਵਿੱਚ ਬੰਦਾ ਕਦੇ ਮਾਂ ਨੂੰ ਵੀ ਧੱਕਾ ਮਾਰ ਜਾਂਦਾ ਹੈ, ਕਦੇ ਪਿਓ ਨੂੰ ਵੀ ਧੱਕਾ ਮਾਰ ਦਿੰਦਾ ਪੁੱਤ ਗੁੱਸੇ ਦੇ ਵਿੱਚ। ਕ੍ਰੋਧ ਚੰਡਾਲ ਹੈ ਨਾ, ਦਿਸਣ ਨਹੀਂ ਦਿੰਦਾ, ਅੱਖਾਂ ਤੋਂ ਦਿਸਣ ਹਟਾਉਣ ਦਾ ਅੱਖਾਂ ਦੇ ਹੁੰਦੇ ਆ। ਮਹਿਤਾ ਕਲਿਆਣ ਦਾਸ ਜੀ ਕਹਿੰਦੇ ਰਾਏ ਬੁਲਾਰ ਜੀ, ਇਹ ਤੁਸੀਂ ਉਹ ਤਾਂ ਮੇਰੇ ਸਿਰ ਤੇ ਬਿਠਾਇਆ, ਜਦੋਂ ਕੋਈ ਗਲਤੀ ਕਰਦੇ ਨੇ ਤੁਸੀਂ ਆ ਕੇ ਬਰਾਬਰੇ ਦੀ ਹਮੈਤੀ ਬਣ ਕੇ ਖੜ ਜਾਂਦੇ ਹੋ। ਤੇ ਅੱਜ ਮੇਰਾ 20 ਟਕੇ ਕਹਿ ਲਓ, ਜਾਂ ਉਸ ਵੇਲੇ ਦੀ ਜਿਹੜੀ ਵੀ ਕਰੰਸੀ ਸੀ ਉਹ ਕਹਿ ਲਓ, ਕਿਉਂਕਿ ਅੱਜ ਸ਼ੰਕਾਬਾਦੀ ਰੁਪਈਏ ਕਿੱਥੋਂ ਆਏ ਜੀ, ਫਲਾਣਾ ਫਲਾਣਾ, ਜਿਹਨੇ ਕੋਈ ਗੁਣ ਹੀ ਨਹੀਂ ਲੈਣਾ ਹੁੰਦਾ ਉਹ ਇਸੇ ਤਰ੍ਹਾਂ ਹੀ ਕਰਦਾ ਹੁੰਦਾ, ਉਹ ਵੱਖਰੀ ਗੱਲ ਹੈ। ਤੇ ਭਾਈ ਕਹਿੰਦੇ ਤੁਸੀਂ ਹਮੈਤੀ ਬਣ ਕੇ। ਰਾਏ ਬੁਲਾਰ ਜੀ ਕਹਿੰਦੇ ਮੈਂ ਹਮੈਤੀ ਨਹੀਂ ਹਾਂ, ਮੈਂ ਸੱਚ ਆਖਦਾ। ਗੁਰੂ ਨਾਨਕ ਦੇਵ ਸਾਹਿਬ ਜੀ ਕਦੇ ਨੁਕਸਾਨ ਨਹੀਂ ਕਿਸੇ ਦਾ ਕਰਦੇ, ਉਹ ਤਾਂ ਦੁਨੀਆ ਦਾ ਭਲਾ ਕਰਨ ਵਾਸਤੇ ਆਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇ ਭਾਈ ਇਹਨੇ ਨੂੰ ਬੇਬੇ ਨਾਨਕੀ ਜੀ ਫਿਰ ਬੋਲ ਪਏ, ਕਹਿੰਦੇ ਪਿਤਾ ਜੀ ਰਾਏ ਬੁਲਾਰ ਜੀ ਠੀਕ ਕਹਿ ਰਹੇ ਨੇ, ਉਹ ਹਮਾਇਤ ਠੀਕ ਕਰ ਰਹੇ ਨੇ। ਕਹਿੰਦੇ ਕਿਉਂ ਕਰ ਰਹੇ ਨੇ, ਤੁਸੀਂ ਜਵਾਬ ਦਿਓ। ਆ ਬੇਬੇ ਨਾਨਕੀ ਜੀ ਸਿੱਖ ਸੀ ਗੁਰੂ ਨਾਨਕ ਦੇਵ ਸਾਹਿਬ ਦੇ ਪਹਿਲੇ ਸਿੱਖ, ਤੇ ਦੂਜੇ ਸਿੱਖ ਸੀ ਰਾਏ ਬੁਲਾਰ ਜੀ। ਸੁਣੋ ਪ੍ਰੇਮ ਨਾਲ, ਆਪਾਂ ਕਦੋਂ ਬਣਾਂਗੇ ਇਹ ਸੋਚ ਲਿਓ, ਵਿਚਾਰ ਕਰ ਲਿਓ, ਜਾ ਕੇ ਕਰ ਲਿਓ, ਸ਼ਾਮ ਨੂੰ, ਕੱਲ ਨੂੰ, ਸਵੇਰੇ ਕਰ ਲਿਓ, ਤੇ ਬਣ ਜਾਓ ਸਿੱਖ ਛੇਤੀ ਗੁਰੂ ਦੇ। ਦੇਰੀ ਨਹੀਂ ਕਰਨੀ ਚਾਹੀਦੀ। ਇਹ ਬੇੜਾ ਆਪਾਂ ਨੂੰ ਤਿਆਰ ਕਰਨਾ ਚਾਹੀਦਾ। ਮਨੁੱਖਾ ਸਰੀਰ ਮਿਲਿਆ, ਸਵਾਸ ਮਿਲੇ ਨੇ,
ਪਤਾ ਨਹੀਂ ਕਿਹੜੇ ਵੇਲੇ ਬਰੰਟ ਜਾਰੀ ਹੋ ਜਾਣ, ਸਵਾਸ ਰੁਕਿਆ ਤੇ ਆਓ ਗਿਆ ਰੇ ਬੌਰੇ ਤੋਹੇ ਘੜੀ ਨਾ ਰੱਖੈ ਕੋਈ, ਤੂੰ ਰਾਮ ਨਾਮ ਜਪ ਸੋਈ। ਫਿਰ ਤਾਂ ਘੜੀ ਨਹੀਂ ਰੱਖਣਾ ਤੈਨੂੰ ਕਿਸੇ ਨੇ। ਤੈਨੂੰ ਬਾਬਲਾ ਸਮਝ ਨਾ ਆਈ, ਇੱਥੇ ਦੱਸਿਆ ਸੀ ਫਿਰ ਬੇਬੇ ਨਾਨਕੀ ਜੀ ਨੇ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ, ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ। ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ, ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ, ਤੈਨੂੰ ਬਾਬਲਾ ਸਮਝ ਨਾ ਆਈ, ਬਈ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ, ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ। ਤੈਨੂੰ ਬਾਬਲਾ ਸਮਝ ਨਾ ਆਈ, ਜੀ ਵੀਰ ਮੇਰਾ ਰੂਪ ਰੱਬ ਦਾ, ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ। ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ, ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ। ਗੁਰੂ ਨਾਨਕ ਦੇਵ ਸਾਹਿਬ ਜੀ ਨੇ ਜਿੱਥੇ ਸਾਨੂੰ ਗੁਰਬਾਣੀ ਪੜ੍ਹਨ ਦਾ, ਸੇਵਾ ਕਰਨ ਦਾ, ਸਿਮਰਨ ਦਾ ਉਪਦੇਸ਼ ਬਖਸ਼ਿਆ ਨਾ, ਉੱਥੇ ਸੰਸਾਰੀ ਤੌਰ ਤੇ ਕਿਵੇਂ ਜਿਉਣਾ ਹੈ, ਕਦੇ ਜਦੋਂ ਆਪਾਂ ਡੂੰਘਾਈ ਨਾਲ ਵਿਚਾਰ ਕਰਾਂਗੇ ਨਾ, ਤਾਂ ਹੁਣ ਜਦੋਂ ਸਤਿਗੁਰ ਜੀ ਉੱਥੇ ਛੱਪੜ ਦੇ ਕਿਨਾਰੇ ਖੜੇ ਨੇ, ਉੱਥੇ ਸੰਸਾਰੀ ਤੌਰ ਤੇ ਜਿਉਣਾ ਦੱਸਦੇ ਨੇ। ਜਦੋਂ ਬੇਬੇ ਨਾਨਕੀ ਜੀ ਦਾ ਵਿਆਹ ਹੋ ਗਿਆ ਨਾ ਜੈ ਰਾਮ ਜੀਆਂ ਦੇ ਨਾਲ ਸੁਲਤਾਨਪੁਰ ਲੋਧੀ, ਤੇ ਉੱਥੇ ਫਿਰ ਭੈਣ ਭਰਾ ਦਾ ਪਿਆਰ ਇੰਨਾ ਜ਼ਿਆਦਾ ਸੀ। ਹੁਣ ਵੇਖੋ ਅੱਜ ਸਰਦਾਰ ਅਵਤਾਰ ਸਿੰਘ ਹੋਰੀ, ਭਾਵੇਂ ਇਹਨਾਂ ਦੇ ਸੰਸਾਰੀ ਤੌਰ ਤੇ ਦੋ ਲਾਡਲੀਆਂ ਧੀਆਂ ਨੇ ਤੇ ਸਾਧ ਸੰਗਤ ਲਾਡਲੀਆਂ ਧੀਆਂ ਨੇ, ਆਪਾਂ ਇਹ ਤਾਂ ਵੇਖਿਆ ਵੀ ਜਿੱਥੇ ਪੁੱਤ ਨਹੀਂ ਹੁੰਦਾ ਉੱਥੇ ਚਲੋ ਆਪਣੇ ਸੱਸ ਸਹੁਰੇ ਮਾਤਾ ਪਿਤਾ ਨੂੰ ਸਾਂਭਣ ਵਾਸਤੇ ਜਵਾਈ ਚਲੇ ਜਾਂਦੇ ਨੇ, ਮਜਬੂਰੀ ਹੈ। ਪਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਸਾਰੀ ਤੌਰ ਤੇ ਇਹ ਦੱਸਿਆ ਵੀ ਜੇ ਮਾਤਾ ਪਿਤਾ ਦਾ ਸਤਿਕਾਰ ਕਰਨਾ ਤਾਂ ਸਿੱਖੋ, ਜੇ ਭੈਣ ਭਰਾ ਦਾ ਪਿਆਰ ਵੇਖਣਾ ਤਾਂ ਵੀ ਸਿੱਖੋ। ਬੇਬੇ ਨਾਨਕੀ ਜੀ ਦਾ ਵਿਆਹ ਜਦੋਂ ਹੋ ਗਿਆ, ਬੇਬੇ ਨਾਨਕੀ ਜੀ ਦਾ ਜੀ ਨਹੀਂ ਲੱਗਦਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਬਗੈਰ। ਜਦੋਂ ਚਾਰ ਉਦਾਸੀਆਂ ਤੇ ਜਾਣਾ ਤੇ ਬੇਬੇ ਨਾਨਕੀ ਜੀ ਨੇ ਸਭ ਤੋਂ ਜ਼ਿਆਦਾ ਵਿਰਾਗ ਕੀਤਾ ਸੀ, ਵੀਰ ਜੀ ਤੁਸੀਂ ਚੱਲਿਓ ਜਗਤ ਨੂੰ ਤਾਰਨ ਵਾਸਤੇ, ਪਰ ਮੇਰਾ ਚਿੱਤ ਨਹੀਂ ਲੱਗਣਾ ਤੁਹਾਡੇ ਬਗੈਰ। ਬਚਨ ਦਿੱਤਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਭੈਣ ਜਦੋਂ ਬਹੁਤੀ ਪ੍ਰਬਲਤਾ ਵੱਧ ਜਾਵੇ ਚੇਤੇ ਦੀ, ਵਿਰਾਗ ਵੱਧ ਜਾਵੇ, ਚੇਤੇ ਕਰੀ, ਜਦੋਂ ਚੇਤੇ ਕਰੇਂਗੀ ਤੇਰੇ ਕੋਲ ਹੋਵਾਂਗੇ, ਹਾਜ਼ਰ ਹੋਵਾਂਗੇ। ਤੇ ਕਦੇ ਇਤਿਹਾਸ ਪੜ੍ਹ ਕੇ ਵੇਖੋ, ਭੈਣ ਦੇ ਪਿਆਰ ਵਿੱਚ ਅੱਜ ਤਾਂ ਗੁਰਮੁਖੋ ਮਾਫ ਕਰਿਓ ਥੋੜਾ ਜਿਹਾ ਕਰੜਾ ਬਚਨ ਹੁੰਦਾ। ਅੱਜ ਤਾਂ ਜਿੰਨਾ ਚਿਰ ਤਾਂ ਮਾਂ ਪਿਓ ਬੈਠੇ ਨੇ, ਧੀਆਂ ਸੇਫ ਨੇ। 100% ਗੱਲ ਕਰੀਏ, ਜਦੋਂ ਮਾਪੇ ਚਲੇ ਗਏ 5% ਭਰਾਵਾਂ ਨੂੰ ਛੱਡ ਦਿਓ, 95% ਭਰਾ ਜਿਹੜੇ ਨੇ ਭੈਣਾਂ ਨੂੰ ਉਹ ਪਿਆਰ ਨਹੀਂ ਦਿੰਦੇ ਜਿਹੜਾ ਮਾਂ ਪਿਓ ਤੋਂ ਮਿਲਦਾ ਹੈ। ਕਿਉਂ ਸੰਸਾਰ ਹੈ ਨਾ, ਪਦਾਰਥਵਾਦੀ ਹੈ। ਗਾਉਂ ਗਰਜ ਦੇ ਵਿੱਚ ਅਸੀਂ ਜਿਉਂਦੇ ਹਾਂ, ਗੁਲਾਮੀ ਦੀ ਜ਼ਿੰਦਗੀ ਅਸੀਂ ਜਿਉਂਦੇ ਹਾਂ। ਤੇ ਫਿਰ ਸਾਧ ਸੰਗਤ ਗੁਰੂ ਜੀ ਨੇ ਇਹ ਵੀ ਦੱਸਿਆ, ਅਸੀਂ ਤਾਂ ਭੈਣਾਂ ਦੇ ਵਿਹਾਰ ਭੁੱਲ ਜਾਂਦੇ ਹਾਂ, ਪਰ ਜਦੋਂ ਇਤਿਹਾਸ ਪੜ੍ਹੋਗੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਭ ਤੋਂ ਜ਼ਿਆਦਾ ਜ਼ਿੰਦਗੀ ਦਾ ਸਮਾਂ ਜੇ ਗੁਜ਼ਾਰਿਆ ਭੈਣ ਦੇ ਪਿਆਰ ਵਿੱਚ, ਸੁਲਤਾਨਪੁਰ ਲੋਧੀ ਗੁਜ਼ਾਰਿਆ, ਭੈਣ ਦੇ ਕੋਲ ਰਹੇ ਪਿਆਰ ਵਿੱਚ। ਤੇ ਨਾਲ ਉੱਥੇ ਜਿਹੜੀਆਂ ਸੇਵਾਵਾਂ ਨਿਭਾਈਆਂ ਉਹ ਤਾਂ ਵੱਖਰੀ ਵਿਚਾਰ ਹੈ, ਉਹ ਵਿਸ਼ਾ ਵੱਖਰਾ ਹੈ। ਉਹ ਜਿਹੜਾ ਮੋਦੀ ਦੀ ਕਾਰ ਕਰਨੀ, ਨੌਕਰੀ ਕਰਨੀ, ਸਾਨੂੰ ਦੱਸਿਆ ਵੀ ਕਿਵੇਂ ਕਿਰਤ ਕਰੀਦੀ ਹੈ, ਕਿਵੇਂ ਬਾਣੀ ਪੜ੍ਹਨੀ ਹੈ, ਕਿਵੇਂ ਨਾਮ ਜਪਣਾ, ਉਹ ਵੱਖਰਾ ਵਿਸ਼ਾ ਹੈ। ਸਮਾਂ ਨਹੀਂ ਉਹਨਾਂ ਆਪਣੇ ਕੋਲ ਹੁੰਦਾ ਇਹਨਾਂ ਸਮਿਆਂ ਤੇ। ਤੇ ਫਿਰ ਉੱਥੇ ਜਦੋਂ
ਆਖਿਆ ਬੇਬੇ ਨਾਨਕੀ ਜੀ ਨੇ, ਕਹਿੰਦੇ ਪਿਤਾ ਜੀ ਤੁਸੀਂ 2 ਦਮੜਿਆਂ ਦੀ ਖਾਤਰ ਆ ਕੋਮਲ ਚਿਹਰੇ ਨੂੰ ਚਪੇੜਾਂ ਮਾਰ ਦਿੱਤੀਆਂ, ਇੰਨਾ ਗੁੱਸਾ ਇੰਨਾ ਕ੍ਰੋਧ। ਤੁਹਾਡੇ ਘਰ ਪਰਮੇਸ਼ਰ ਆਇਆ ਹੈ, ਤੁਹਾਡੇ ਘਰ ਰੱਬ ਆਇਆ ਹੈ। ਤੇ ਸਾਧ ਸੰਗਤ ਰਾਏ ਬੁਲਾਰ ਜੀ ਨੇ ਵੀ ਹਾਮੀ ਭਰ ਦਿੱਤੀ। ਤੇ ਭਾਈ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਜਦੋਂ ਉਹ ਚਪੇੜਾਂ ਵੱਜੀਆਂ, ਇੱਥੇ ਹੁਣ ਇਹ ਬਹੁਤ ਵਿਚਾਰ ਅਧੀਨ ਵਿਸ਼ਾ ਹੈ। ਜਦੋਂ ਰਾਏ ਬੁਲਾਰ ਜੀ ਨੇ ਸੱਜੇ ਤੇ ਖੱਬੇ, ਵਾਹਿਗੁਰੂ ਮਹਿਤਾ ਕਲਿਆਣ ਦਾਸ ਜੀ ਨੇ ਸੱਜੇ ਤੇ ਖੱਬੇ ਖਿੱਚ ਕੇ, ਗੁੱਸੇ ਦੇ ਵਿੱਚ ਆਪਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਨਾ ਵੀ ਕਿੰਨੇ ਜ਼ੋਰ ਦੀ ਮਾਰਨਾ ਹੈ, ਉਸ ਤਰ੍ਹਾਂ ਦੀ ਚਪੇੜ ਮਾਰੀ ਸੀ। ਤੇ ਭਾਈ ਉਹ ਜਦੋਂ ਚਪੇੜਾਂ ਮਾਰੀਆਂ ਨਾ, ਗੁਰੂ ਨਾਨਕ ਦੇਵ ਸਾਹਿਬ ਜੀ ਜਵਾਨ ਸੀ, ਸਰੀਰ ਕਰਕੇ ਤਕੜੇ ਸੀ। ਸਰੀਰ ਦੀ ਗੱਲ ਕਰ ਰਿਹਾ, ਉਹਨਾਂ ਦੀ ਕਮਾਈ, ਉਹਨਾਂ ਦੀ ਰਹਿਮਤ, ਉਹ ਤਾਂ ਗੁਰਮੁਖੋ ਕਹਿਣ ਕਥਨ ਤੋਂ ਪਰੇ ਹੈ। ਉੱਥੇ ਤਾਂ ਇੱਕ ਰਸਨਾ ਕੀ ਕਹਿ ਸਕਦੀ ਹੈ, ਉਹ ਤਾਂ ਵੱਖਰੀ ਗੱਲ ਹੈ। ਤਾਂ ਗੁਰੂ ਨਾਨਕ ਦੇਵ ਸਾਹਿਬ ਨੇ ਅੱਖਾਂ ਉੱਪਰ ਨਹੀਂ ਕੀਤੀਆਂ, ਅੱਖਾਂ ਨੇਤਰ ਨੀਵੇਂ ਰੱਖੇ। ਕਿਉਂ? ਕਿਉਂਕਿ ਸੰਸਾਰੀ ਤੌਰ ਤੇ ਸਾਹਮਣੇ ਪਿਤਾ ਖੜਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਨੌਜਵਾਨ ਬੱਚਾ, ਭਾਵੇਂ ਧੀ ਭਾਵੇਂ ਪੁੱਤ, ਪਿਤਾ ਝਿੜਕ ਰਿਹਾ ਹੈ, ਮਾਂ ਝਿੜਕ ਰਹੀ ਹੈ, ਤੇ ਉਹ ਬੱਚੇ ਅੱਖਾਂ ਦੀ ਨਜ਼ਰ ਹੈ ਜਿਹੜੀ ਉਹ ਪਿਤਾ ਦੇ ਪੈਰਾਂ ਵੱਲ ਹੈ, ਸਮਝ ਲਓ ਉਹ ਬੱਚੇ ਬਹੁਤ ਸੋਝੀ ਵਾਲੇ ਨੇ, ਬਹੁਤ ਲਾਇਕ ਬੱਚੇ ਨੇ। ਜੇ ਪਿਤਾ ਦੀਆਂ ਅੱਖਾਂ ਵਿੱਚ ਅੱਖਾਂ ਪਾ ਰਿਹਾ ਬੱਚਾ, ਘੂਰ ਰਿਹਾ ਪਿਤਾ ਨੂੰ, ਤੂੰ ਕੌਣ ਹੁੰਨਾ ਮੈਨੂੰ ਝਿੜਕਣ ਵਾਲਾ, ਤੂੰ ਕੌਣ ਹੁੰਨਾ ਮੈਨੂੰ ਮਾਰਨ ਵਾਲਾ, ਤੇ ਉਹ ਬੱਚਾ ਸਮਝੋ ਅਜੇ ਉਹਨੇ ਜ਼ਿੰਦਗੀ 'ਚ ਬਹੁਤ ਕੁਝ ਸਿੱਖਣਾ ਹੈ। ਤੇ ਭਾਈ ਉੱਥੇ ਦੱਸਿਆ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਉਹ ਧੰਨ ਗੁਰੂ ਨਾਨਕ ਦੇਵ ਸਾਹਿਬ, ਮੰਨ ਲਓ ਗੁਰਮੁਖੋ, ਭਾਵੇਂ ਅੱਜ ਮੰਨ ਲਓ, ਭਾਵੇਂ ਜਦੋਂ ਕੱਲ ਨੂੰ ਗੁਰੂ ਦੀ ਕਿਰਪਾ ਹੋਣੀ ਹੈ ਫਿਰ ਮੰਨ ਲਓ। ਤੇ ਜੇ ਬਲੀ ਕੰਧਾਰੀ ਪੱਥਰ ਰੋੜਦਾ ਨਾ, ਮੁਸਲਮਾਨ ਵੀਰ ਕਹਿੰਦੇ ਹਾਂ ਪੱਥਰ ਰੋੜਿਆ, ਸਤਿਗੁਰਾਂ ਨੇ ਪਹਾੜ ਰੋਕਿਆ, ਪਰ ਮਾਫ ਕਰਿਓ ਕਹਿਣਾ ਪੈਂਦਾ ਹੈ ਤਾਂ ਨਹੀਂ। ਸਾਡੇ ਸਿੱਖ ਕਹਿੰਦੇ ਇਹ ਤਾਂ ਐਵੇਂ ਪਖੰਡ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਮੁਸਲਮਾਨ ਵੀਰ ਮੰਨੀ ਜਾਂਦੇ ਨੇ ਵੀ ਹਾਂ ਪਹਾੜ ਰੋੜਿਆ, ਤੇ ਸਾਡੇ ਸਿੱਖ ਇਹੋ ਜਿਹੇ ਪ੍ਰਚਾਰਕ ਉੱਠੇ ਜਿਹੜੇ ਕਹਿੰਦੇ ਤਾਂ ਪਖੰਡ ਹੈ। ਕੌਣ ਰੋਕ ਦੂ ਪਹਾੜ ਨੂੰ? ਤੇ ਮੈਨੂੰ ਕਈ ਵਾਰ ਇਹਨਾਂ ਗੱਲਾਂ ਤੇ ਬੜਾ ਇਸ ਤਰ੍ਹਾਂ ਜੇ ਲੱਗਦਾ ਹੈ ਵੀ ਨਾਲੇ ਤਾਂ ਆਪਾਂ ਰੋਜ਼ ਪੜ੍ਹਦੇ ਹਾਂ, ਊਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ, ਜਾਂ ਐਸੇ ਬੁਝੀਆ ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਂ ਕਾ ਅੰਤਰਜਾਮੀ। ਅੰਤਰਜਾਮੀ ਕਿਹਨੂੰ ਕਹਿੰਦੇ ਨੇ? ਜਿਹੜਾ ਅੰਦਰ ਦੀ ਜਾਣਨ ਵਾਲਾ ਹੁੰਦਾ। ਅੰਤਰਜਾਮਤਾ ਸਾਡੇ ਅੰਦਰ ਦੀਆਂ ਜਾਣਨ ਵਾਲਾ, ਵੀ ਇਹ ਮੁੱਖ ਤੋਂ ਕੀ ਆਖਦਾ, ਇਹਦੇ ਅੰਦਰ ਕੀ ਹੈ, ਉਹਨੂੰ ਅੰਤਰਜਾਮੀ ਕਹਿੰਦੇ ਨੇ। ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ। ਕਿੰਨੇ ਵਾਰ ਅੰਤਰਜਾਮੀ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਫਿਰ ਜੇ ਗੁਰੂ ਅੰਤਰਜਾਮੀ ਹੈ, ਫਿਰ ਆਪਾਂ ਅੰਤਰਜਾਮੀ ਨੂੰ ਜਾਣ ਲਿਆ? ਨਹੀਂ ਜਾਣਿਆ, ਨਾ ਕੋਈ ਜਾਣ ਸਕਿਆ। ਜਿਹੜਾ ਜਾਣ ਗਿਆ ਉਹ ਚੁੱਪ ਕਰ ਗਿਆ, ਉਹ ਨਹੀਂ ਕਹਿੰਦਾ ਵੀ ਮੈਂ ਜਾਣ ਲਿਆ। ਤਾਂ ਫਿਰ ਉਹ ਪੱਥਰ ਜਦੋਂ ਰੋੜਿਆ, ਪਤਾ ਨਹੀਂ ਉਹਦੇ 'ਚ ਕਿੰਨਾ ਭਾਰ ਹੈ, ਤੇ ਉਹ ਮੋਮ ਬਣਾ ਦਿੱਤਾ। ਕੀ ਭਲਾ ਮਹਿਤਾ ਕਲਿਆਣ ਦਾਸ ਜੀ ਦੇ ਹੱਥ ਵਿੱਚ ਇੰਨੀ ਤਾਕਤ ਸੀ ਵੀ ਮਹਾਰਾਜ ਨੂੰ ਥੱਪੜ ਮਾਰ ਦਿੰਦਾ? ਉੱਥੇ ਨਾ ਹੱਥ ਰੁਕਦਾ। ਪਰ ਨਹੀਂ, ਸਾਨੂੰ ਸੰਸਾਰੀ ਲੋਕਾਂ ਨੂੰ ਦੱਸਿਆ ਵੀ ਜੇ ਪਿਤਾ ਸਮਝਾਉਂਦਾ ਹੈ ਨਾ, ਜੇ ਪਿਤਾ ਸਮਝਾਉਂਦਾ ਹੈ ਤਾਂ ਪੁੱਤ ਨੂੰ ਸਮਝਣਾ ਚਾਹੀਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਮਝਣਾ ਚਾਹੀਦਾ, ਅੱਗੋਂ ਗੁੱਸਾ ਨਹੀਂ ਕਰਨਾ ਚਾਹੀਦਾ ਪਿਤਾ ਦੇ ਉੱਪਰ, ਪਿਤਾ ਦੀ ਗੱਲ ਦਾ। ਕਿਉਂਕਿ ਪਿਤਾ ਦਾ ਜਿਹੜਾ ਜਿਗਰ ਹੈ ਨਾ, ਬਹੁਤ ਵੱਡਾ ਜਿਗਰ ਹੈ। ਜੇ ਆਪਾਂ ਸੰਸਾਰੀ ਗੱਲ ਕਰ ਲਈਏ ਨਾ, ਤਾਂ ਇੱਕ ਪੁੱਤ ਕਹਿੰਦਾ ਹੈ, ਡੈਡੀ ਜੀ ਮੈਂ ਫਲਾਣੇ ਕਾਲਜ ਪੜ੍ਹਨਾ ਹੈ, ਮੈਂ ਫਲਾਣੀ ਯੂਨੀਵਰਸਿਟੀ ਪੜ੍ਹਨਾ ਹੈ, ਫਲਾਣੀ ਡਿਗਰੀ ਕਰਨੀ ਹੈ। ਹੁਣ ਪਿਤਾ ਨੇ ਬੈਂਕ ਵਿੱਚੋਂ ਵੀ ਕਰਜ਼ਾ ਚੁੱਕਿਆ, ਉਹਨੇ ਲਿਮਟਾਂ ਵੀ ਚੁੱਕ ਰੱਖੀਆਂ ਨੇ, ਉਹਨੇ ਆੜਤੀਏ ਤੋਂ ਵੀ ਜਿਹੜਾ ਕੋਈ ਵਿਆਜੂ ਪੈਸਾ ਫੜਨਾ ਹੁੰਦਾ ਉਹ ਵੀ ਫੜ ਲਿਆ, ਹੱਥ ਕਿਤੇ ਨਹੀਂ ਪੈਂਦਾ। ਉਧਰ ਪੁੱਤ ਦਾ ਦਾਖਲਾ ਜਿਹੜਾ ਉਹ ਸਿੱਧਾ ਹੀ ਲੱਖ ਰੁਪਈਆ, 1.5 ਲੱਖ ਰੁਪਈਆ, 2 ਲੱਖ ਰੁਪਈਆ, ਜਾਂ ਇੱਕ ਕਹਿਣ ਮਾਤਰ। ਤੇ ਹੁਣ ਉਹਦੇ ਕੋਲ ਘਰੇ ਕਬੀਲਦਾਰੀ ਨੂੰ ਪੈਸੇ ਨਹੀਂ। ਹੁਣ ਪਿਤਾ ਕੀ ਵੇਖਦਾ ਹੈ? ਪਿਤਾ ਕਹਿੰਦਾ ਵੀ ਪੁੱਤ ਨੂੰ ਪੜ੍ਹਾਉਣਾ ਜ਼ਰੂਰ ਹੈ, ਪੈਸਾ ਮਿਲਦਾ ਵੀ ਕਿਤੋਂ ਨਹੀਂ। ਹੁਣ ਜਿਗਰਾ ਵੇਖੋ, ਕਹਿੰਦੇ 2 ਚੀਜ਼ਾਂ ਵੇਖਣੀਆਂ ਨੇ ਨਾ ਸੰਸਾਰੀ ਤੌਰ ਤੇ। ਜੇ ਜਿਗਰਾ ਤਾਂ ਵੇਖਣਾ ਹੈ ਤਾਂ ਪਿਓ ਦਾ ਜਿਗਰਾ ਵੇਖੋ, ਜੇ ਮਮਤਾ ਵੇਖਣੀ ਹੈ ਤਾਂ ਮਾਂ ਦੀ ਮਮਤਾ ਵੇਖੋ। ਤੇ ਭਾਈ ਉਦੋਂ ਫਿਰ ਬੱਚੇ ਤੋਂ ਸਾਰੀ ਗੱਲ ਛੁਪਾ ਕੇ, ਪੁੱਤ ਤੋਂ ਛੁਪਾ ਕੇ ਨਾ ਸਾਰੀ ਗੱਲ, ਵੀ ਮੇਰੇ ਪੁੱਤ ਨੂੰ ਕਿਤੇ ਚਿੰਤਾ ਨਾ ਪੈ ਜਾਵੇ। ਤੇ ਫਿਰ ਹੱਸ ਕੇ ਕਹਿੰਦਾ, ਬੇਟਾ
ਕੋਈ ਗੱਲ ਨਹੀਂ, ਤੂੰ ਜਿੱਥੇ ਪੜ੍ਹਨਾ ਬੜੀ ਖੁਸ਼ੀ ਨਾਲ ਪੜ੍ਹ, ਧਿਆਨ ਨਾਲ ਪੜ੍ਹ, ਤਕੜਾ ਹੋ ਕੇ ਪੜ੍ਹ, ਪੈਸੇ ਦਾ ਇੰਤਜ਼ਾਮ ਤਾਂ ਮੈਂ ਆਪ ਹੀ ਕਰ ਲੂੰਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਉਹਨੂੰ ਪਤਾ ਹੈ ਵੀ ਕਿਤੇ ਵੀ ਹੱਥ ਨਹੀਂ ਪੈਂਦਾ, ਪਰ ਜਿਗਰਾ ਵੇਖੋ, ਕਹਿੰਦਾ ਮੈਂ ਆਪ ਹੀ ਕਰ ਲੂੰਗਾ। ਦਾਸ ਬੇਨਤੀਆਂ ਕਰਦਾ ਹੁੰਦਾ ਹੈ, ਉਹ ਦੁਨੀਆ ਦੇ ਧੀਓ ਤੇ ਪੁੱਤਰੋ, ਜਿਹੜਾ ਪਿਤਾ ਆਪਣੀ ਜ਼ਿੰਦਗੀ ਵਾਰ ਦਿੰਦਾ ਹੈ, ਅੱਜ ਸੰਸਾਰ ਕੀ ਕਰਦਾ ਹੈ? ਸੰਸਾਰ ਕਹਿੰਦਾ ਬਜ਼ੁਰਗ ਨੇ ਜਿਹੜੇ ਨਾ, ਇਹ ਤਾਂ ਕਬਾੜ ਜਿਹਦਾ ਸਮਾਨ ਨੇ, ਗਏ ਗੁਜਰੇ ਜ਼ਮਾਨੇ ਦੇ ਪੁਰਾਣੇ ਬੰਦੇ ਹੋ ਗਏ। ਤਾਂ ਇਹ ਰਿਐਲਿਟੀ ਹੈ, ਘਰ ਘਰ ਦੀਆਂ ਗੱਲਾਂ ਨੇ। ਤੇ ਉਧਰ ਜਿਹੜਾ ਬੱਚਾ ਘਰ ਵਿੱਚ ਆ ਰਿਹਾ, ਉਹਨੂੰ ਕਹਿੰਦੇ ਖਿੜਦਾ ਫੁੱਲ ਹੈ, ਖਿੜਿਆ ਫੁੱਲ ਹੈ, ਨਵਾਂ ਧਨ ਹੈ। ਤੇ ਉਹਨੂੰ ਨਵੇਂ ਧਨ ਦਾ ਨਾਂ ਦੇਤਾ, ਇਹਨੂੰ ਪੁਰਾਣੇ ਧਨ ਦਾ, ਕਬਾੜ ਦਾ ਨਾਂ ਦੇਤਾ। ਪਰ ਯਾਦ ਰੱਖਿਓ, ਜਿਹੜਾ ਖਿੜਿਆ ਫੁੱਲ ਹੈ ਨਾ, ਪਤਾ ਨਹੀਂ ਲਾਇਕ ਨਿਕਲੂ, ਪਤਾ ਨਹੀਂ ਨਲਾਇਕ ਨਿਕਲੂ, ਕਿਹੋ ਜਿਹਾ ਨਿਕਲੂ, ਉਹ ਤਾਂ ਸਮਾਂ ਆਉਣ ਤੇ ਪਤਾ ਲੱਗੂ। ਇਹਨਾਂ ਨੇ ਤਾਂ ਕਰਕੇ ਦਿਖਾਤਾ ਸਾਰਾ ਕੁਛ। ਜਿਹਨੂੰ ਕਬਾੜ ਸਮਝੀ ਬੈਠੇ ਆ ਨਾ, ਇਹਨਾਂ ਨੇ ਤਾਂ ਜ਼ਿੰਦਗੀ ਦੀ ਬਾਜੀ ਖੂਨ ਡੋਲਤਾ ਆਪਣੇ ਤੇ, ਆਪਾਂ ਨੂੰ ਕਰਕੇ ਦਿਖਾਤਾ ਸਾਰਾ ਕੁਛ। ਫਿਰ ਕਦੇ ਵੀ ਬਜ਼ੁਰਗਾਂ ਦਾ ਜਿਹੜਾ ਤਜਰਬਾ ਹੁੰਦਾ ਹੈ ਨਾ, ਉਹ ਇਹ ਪੁਰਾਣੇ ਨਹੀਂ ਹੁੰਦੇ, ਉਹ ਤਾਂ ਆਪਣਾ ਵਹਿਮ ਹੁੰਦਾ ਹੈ। ਨਵੀਂ ਜੀ ਜਵਾਨੀ ਹੁੰਦੀ ਹੈ, ਨਵਾਂ ਜਿਹਾ ਖੂਨ ਆਉਂਦਾ ਹੈ, ਲੱਗਦਾ ਵੀ ਇਹਨਾਂ ਨੂੰ ਕਾਹਦਾ ਪਤਾ ਹੈ। ਨਹੀਂ, ਘਸ ਘਸ ਕੇ ਸਿਉਣਾ ਚਮਕਦਾ, ਪਤਾ ਬਹੁਤ ਹੁੰਦਾ ਹੈ। ਚੁੱਪ ਕਰ ਜਾਂਦੇ ਨੇ ਕਈ ਵਾਰੀ, ਪਤਾ ਹੁੰਦੇ ਵੀ ਚੁੱਪ ਕਰ ਜਾਂਦੇ ਨੇ। ਪਤਾ ਸਾਰਾ ਹੁੰਦਾ ਹੈ, ਹਾਲਾਤਾਂ ਦੇ ਮੁਤਾਬਕ ਫਿਰ ਗੱਲ ਨੂੰ ਸੰਭਾਲ ਲੈਂਦੇ ਨੇ। ਸੋ ਮੇਰਾ ਕਹਿਣ ਤੋਂ ਭਾਵ, ਇਹਨਾਂ ਹੀਰਿਆਂ ਨੂੰ, ਇਹਨਾਂ ਤੀਰਥਾਂ ਨੂੰ, ਇਹਨਾਂ ਦੀ ਘਰਾਂ ਵਿੱਚ ਰੱਜ ਰੱਜ ਕੇ ਸੇਵਾ ਕਰੋ, ਸੰਭਾਲੋ। ਕਿਉਂਕਿ ਹਰ ਮਾਂ ਨੂੰ, ਹਰ ਪਿਓ ਨੂੰ ਜਦੋਂ ਬੱਚਾ ਜਨਮ ਲੈਂਦਾ ਨਾ, ਜਿੱਥੇ ਉਹਦੀ ਖੁਸ਼ੀ ਸਾਂਭੀ ਨਹੀਂ ਜਾਂਦੀ, ਉੱਥੇ ਉਹਨੂੰ ਇਹ ਆਸ ਹੁੰਦੀ ਹੈ ਵੀ ਇਹ ਮੇਰੇ ਬੁਢੇਪੇ ਦੀ ਡੰਗੋਰੀ ਹੈ, ਇਹ ਮੈਨੂੰ ਬੁਢੇਪੇ ਵਿੱਚ ਸੰਭਾਲੇਗਾ। ਤੇ ਉਹਨਾਂ ਧੀਆਂ ਪੁੱਤਰਾਂ ਨੂੰ ਮੈਂ ਬੇਨਤੀਆਂ ਕਰਦਾ ਹੁੰਨਾ ਵੀ ਇੱਕ ਪਿਤਾ ਦਾ ਜਿਹੜਾ ਬਜਟ ਹੈ, ਉਹ ਲਿਮਟ ਦੇ ਅੰਦਰ ਹੁੰਦਾ ਹੈ ਹਰ ਇੱਕ ਦਾ। ਆਪਾਂ ਭਾਵੇਂ ਅਮੀਰ ਭਾਵੇਂ ਗਰੀਬ, ਬਜਟ ਤਾਂ ਲਿਮਟ ਦੇ ਵਿੱਚ ਹੀ ਹੁੰਦਾ ਸਭ ਦਾ। ਤੇ ਉਹ ਬੱਚਾ ਕਹਿੰਦਾ ਡੈਡੀ ਮੈਂ ਲੱਖ ਰੁਪਏ ਦਾ ਮੋਬਾਈਲ ਲੈਣਾ ਹੈ। ਤੇ ਡੈਡੀ ਕਦੋਂ ਲੁਕਾਉਂਦਾ ਹੈ? ਉਹ ਕਹਿੰਦਾ ਕੋਈ ਨਹੀਂ ਬੇਟਾ ਲੈ ਲੈ, ਦਵਾ ਦਿੰਨਾ। ਔਖਾ ਭਾਵੇਂ ਸੌਖਾ ਉਹਨੇ ਦਵਾ ਦਿੱਤਾ। ਤੇ ਫਿਰ ਕਹਿੰਦਾ ਮੈਂ ਇਨਫੀਲਡ ਵੀ ਲੈਣਾ, ਹੁਣ ਦੁੱਗ ਦੁੱਗ ਕਰਦਾ, ਮੇਰੇ ਫਰੈਂਡਾਂ ਕੋਲ ਹੈ, ਮੇਰੇ ਮਿੱਤਰਾਂ ਕੋਲ ਹੈ। ਪਿਤਾ ਨੇ ਫਿਰ ਹੋਰ ਵੀ ਜ਼ਿਆਦਾ ਸਾਧ ਸੰਗਤ ਉਹਦੇ 'ਚ, ਉਹ ਬੱਚੇ ਨੂੰ ਖੁਸ਼ ਰੱਖਣ ਵਾਸਤੇ ਚਲੋ ਉਹਨੇ ਮੋਟਰਸਾਈਕਲ ਵੀ ਦਵਾ ਦਿੱਤਾ। ਚੰਗੀ ਗੱਲ ਹੋਈ, ਚਲੋ ਮਾੜੀ ਗੱਲ ਨਹੀਂ। ਪਰ ਇਹ ਤੋਂ ਬਾਅਦ ਮਾੜੀ ਗੱਲ ਕੀ ਹੈ? ਮਾੜੀ ਗੱਲ ਇਹ ਹੈ ਵੀ ਜਿਸ ਪਿਤਾ ਨੇ 2.5-3 ਲੱਖ ਰੁਪਈਆ ਬੱਚੇ ਦੀ ਖੁਸ਼ੀ ਵਾਸਤੇ ਲਾ ਦਿੱਤਾ, ਤੇ ਉਹ ਬੱਚਾ ਪਿਤਾ ਦੇ ਨਾਲ ਕੋਈ ਕੰਮ ਨਾ ਕਰਾਵੇ, ਤੇ ਉਹ ਗਲਤ ਸੁਸਾਇਟੀ ਵਿੱਚ ਪੈ ਜਾਵੇ, ਤੇ ਉਹ ਕੋਈ ਚੰਗਾ ਕੰਮ ਨਾ ਕਰੇ, ਇਹ ਤੋਂ ਮਾੜੀ ਗੱਲ ਬੱਚੇ ਵਾਸਤੇ ਕੋਈ ਨਹੀਂ ਹੈ। ਤੁਸੀਂ ਬੋਲਟ ਮੋਟਰਸਾਈਕਲਾਂ 'ਤੇ ਚੜ੍ਹ ਸਕਦੇ ਹੋ, ਮੋਬਾਈਲ ਲੈ ਸਕਦੇ ਹੋ, ਪਰ ਉਹਦੀ ਵਰਤੋਂ ਕਰਨੀ ਜ਼ਰੂਰ ਸਾਨੂੰ ਸਿੱਖਣੀ ਚਾਹੀਦੀ ਹੈ। ਹੋਸ਼, ਜਿਹੜਾ ਜੋਸ਼ ਹੋਣਾ ਬਹੁਤ ਜ਼ਰੂਰੀ ਹੈ, ਪਰ ਜੇ ਜੋਸ਼ ਦੇ ਨਾਲ ਹੋਸ਼ ਨਹੀਂ ਹੈ ਨਾ, ਹੋਸ਼ ਤੋਂ ਬਗੈਰ ਫਿਰ ਸਾਡਾ ਜੋਸ਼ ਹੈ ਜਿਹੜਾ ਉਹ ਕਈ ਵਾਰੀ ਨੁਕਸਾਨ ਕਰਾ ਦਿੰਦਾ ਹੈ। ਹੁਣ ਪਿਤਾ ਨੇ ਸਾਰੇ ਖਤਰੇ ਮੁੱਲ ਲੈ ਲਏ, ਫਰਜ਼ ਬਣਦਾ ਪੁੱਤ ਦਾ ਉਹ ਆਪਣੇ ਪਿਤਾ ਦੇ ਨਾਲ ਖੜੇ, ਉਹਦੇ ਨਾਲ ਕੰਮ ਕਰਾਵੇ। ਆਪਣੇ ਸਮਾਜ ਵਿੱਚ ਇਹੋ ਹੀ ਫਰਕ ਹੈ, ਜਦੋਂ ਪਿਤਾ ਕਮਾਉਂਦਾ ਉਦੋਂ ਪੁੱਤ ਨਹੀਂ ਨਾਲ ਖੜਦਾ, ਤੇ ਜਦੋਂ ਪੁੱਤ ਕਮਾਉਂਦਾ ਉਦੋਂ ਪਿਤਾ ਬੈਠ ਜਾਂਦਾ, ਹੁਣ ਤਾਂ ਹੋ ਗਿਆ ਕਮਾਉਣ ਵਾਲਾ। ਜਦੋਂ ਪਿਓ ਤੇ ਪੁੱਤ ਇਕੱਠੇ ਕਮਾਉਂਦੇ ਨੇ, ਤੇ ਫਿਰ ਵੇਖੋ ਬਰਕਤਾਂ ਆਉਂਦੀਆਂ ਘਰਾਂ ਦੇ ਵਿੱਚ। ਇਹੋ ਹੀ ਚੀਜ਼ਾਂ ਅਸੀਂ ਸਿੱਖਣੀਆਂ ਨੇ ਸਮਾਜ ਵਿੱਚ ਗੁਰਮੁਖੋ। ਹਰ ਇੱਕ ਬੱਚੇ ਨੂੰ ਆਪਣੇ ਪਿਓ ਦੇ ਨਾਲ, ਹਰ ਪਿਓ ਨੂੰ ਆਪਣੇ ਪੁੱਤ ਦੇ ਨਾਲ, ਹਰ ਸੱਸ ਨੂੰ ਆਪਣੀ ਨੂੰਹ ਨਾਲ, ਹਰ ਨੂੰਹ ਨੂੰ ਆਪਣੀ ਸੱਸ ਨਾਲ ਹੱਥ ਵਟਾਉਣਾ ਜ਼ਰੂਰੀ ਹੈ। ਫਿਰ ਜਾ ਕੇ ਅਸੀਂ ਇੱਕ ਚੰਗਾ ਸਮਾਜ, ਚੰਗਾ ਸੁੱਖ ਭੋਗ ਸਕਦੇ ਹਾਂ ਸੰਸਾਰੀ ਤੌਰ 'ਤੇ। ਤਾਂ ਫਿਰ ਉੱਥੇ ਰਾਏ ਬੁਲਾਰ ਜੀ ਕਹਿਣ ਲੱਗੇ, ਮਹਿਤਾ ਕਲਿਆਣ ਦਾਸ ਜੀ ਤੁਸੀਂ ਹੁਣ ਇਉਂ ਕਰੋ, ਨਾਨਕ ਜੀ ਜਿਹੜਾ ਵੀ ਕੋਈ ਖਰਚ ਕਰ ਦਿੰਦੇ ਨੇ, ਤੇ ਉਹ ਤੁਸੀਂ ਬਹੀ ਖਾਤਾ ਲਾ ਲਓ, ਲਿਖ ਲਿਆ ਕਰੋ। 1 ਮਹੀਨੇ ਬਾਅਦ ਆ ਜਾਇਆ ਕਰੋ। 1 ਮਹੀਨੇ ਤੋਂ ਬਾਅਦ ਉਹ ਮੈਨੂੰ ਦੱਸ ਦਿਆ ਕਰੋ, ਜਿੰਨਾ ਵੀ ਉਹ ਨੁਕਸਾਨ ਤੁਹਾਡਾ ਕਰ ਦੇਣ। ਕਿਉਂਕਿ ਰਾਏ ਬੁਲਾਰ ਜੀ ਨੂੰ ਪਤਾ ਹੈ ਵੀ ਗੁਰੂ ਨਾਨਕ ਦੇਵ ਸਾਹਿਬ ਤਾਂ ਬਖਸ਼ਾਂ ਦੇ ਮਾਲਕ ਨੇ, ਤੇ ਉਹ ਕਦੇ ਕਿਸੇ ਦਾ ਨੁਕਸਾਨ ਕਰਦੇ ਨੇ, ਤੇ ਉਹ ਤੁਸੀਂ ਮੈਥੋਂ ਲੈ ਜਾਇਆ ਕਰੋ। ਪਰ ਗੁਰੂ ਨਾਨਕ ਦੇਵ ਸਾਹਿਬ ਨੂੰ ਕਦੇ ਝਿੜਕਣਾ ਨਹੀਂ, ਕਦੇ ਮਾਰਨਾ ਨਹੀਂ। ਤੇ ਫਿਰ ਗੁਰੂ ਜੀ ਘਰ ਆਏ, ਤੇ ਸਾਧ ਸੰਗਤ ਕਿਵੇਂ ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰ ਰਹੇ ਨੇ। ਆਓ ਸਾਧ ਸੰਗਤ, ਜਿੱਥੇ ਅੱਜ ਆਪਾਂ
ਬਾਪੂ ਅਵਤਾਰ ਸਿੰਘ ਹੋਰਾਂ ਦੀ ਅੰਤਮ ਅਰਦਾਸ ਤੇ ਆਏ ਆ। ਉੱਥੇ ਰਸਨਾ ਸੁੱਚੀ ਕਰੀਏ, ਸਾਡੀ ਰਸਨਾ ਤੇ ਧੰਨ ਗੁਰੂ ਨਾਨਕ ਦੇਵ ਸਾਹਿਬ ਦਾ ਵਾਸਾ ਹੋ ਜਾਵੇ ਤੇ ਸਾਡੇ ਹਿਰਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵਸ ਜਾਣ। ਸਾਡੇ ਘਰਾਂ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ ਦੀ ਧੁਨੀ ਚੱਲੇ। ਸਾਰੀ ਸੰਗਤ ਜਿਹੜੇ ਬੋਲ ਸਕਦੇ ਨੇ ਬੋਲਿਓ, ਜਿਹੜੇ ਨਹੀਂ ਬੋਲ ਸਕਦੇ ਉਹ ਅੰਤਰ ਆਤਮੇ ਜਾਪ ਕਰਿਓ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਗੁਰੂ ਨਾਨਕ, ਧੰਨ 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 ਗੁਰੂ ਨਾਨਕ। ਗੁਰੂ ਨੂੰ ਧੰਨ ਕਹਿਣਾ ਇਹ ਜਪਣਾ ਹੈ। ਤਾਰਿਆ ਜਹਾਨ, ਲਾਹਿਆ ਅਭਮਾਨ, ਜਿਨੀ ਦਰਸ਼ਨ ਪਾਇਆ, ਜਿਨੀ ਤੁਧਨੋਂ ਧੰਨ ਕਹਿਆ, ਤਿਨ ਜਮ ਨੇੜ ਨਾ ਆਇਆ। ਜਿਨ੍ਹਾਂ ਨੇ ਧੰਨ ਗੁਰੂ ਜਪਿਆ ਪਿਆਰ ਵਾਲਿਓ, ਉਹਨਾਂ ਦੇ ਫਿਰ ਜਮ ਕਿਵੇਂ ਨੇੜ ਆ ਜਾਵੇਗਾ? ਜਮਦੂਤ ਕਿਵੇਂ ਨੇੜੇ ਆ ਜਾਵੇਗਾ? ਜਾਂ ਜਮਦੂਤ ਬੁਰਾਈਆਂ ਜਿੰਨੇ ਵੀ ਜ਼ਿੰਦਗੀ ਦੇ ਵਕਾਰ ਨੇ ਉਹ ਕਿਵੇਂ ਨੇੜੇ ਆ ਜਾਣਗੇ ਜਿਹੜੇ ਗੁਰੂ ਜਪਦੇ ਨੇ। ਸੋ ਇਸ ਕਰਕੇ ਜਿੱਥੇ ਆਪਾਂ ਸੰਸਾਰ ਵਿੱਚ ਆਏ ਆ, ਸਮਾਜ ਵਿੱਚ ਆਏ ਆ, ਉੱਥੇ ਸਾਨੂੰ ਗੁਰੂ ਦੀ ਸ਼ਰਨ ਵਿੱਚ ਆਉਣਾ ਚਾਹੀਦਾ। ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣਹਾਰ ਦਇਆਲਾ, ਨਾਨਕ ਘਰ ਕੇ ਗੋਲੇ। ਸਾਨੂੰ ਨਾਨਕ ਘਰ ਕੇ ਗੋਲੇ ਬਣ ਜਾਣਾ ਚਾਹੀਦਾ। ਇਹਦੇ ਵਿੱਚ ਹੀ ਸਾਡਾ ਭਲਾ ਹੈ, ਇਹਦੇ ਵਿੱਚ ਹੀ ਭਲਾਈ ਹੈ। ਲੋਕ ਤੇ ਪਰਲੋਕ ਸਫਲੇ ਹੁੰਦੇ ਨੇ। ਸਤਿਗੁਰ ਜੀ ਆਪਣੇ ਸਿੱਖ ਦੀ ਬਾਹ ਫੜਦੇ ਨੇ ਤੇ ਸਿੱਖ ਗੁਰੂ ਦਾ ਪੱਲਾ ਫੜੇ। ਕਦੇ ਵੀ ਗੁਰੂ ਦਾ ਦਰ ਨਾ ਛੱਡੀਏ, ਮਰਨੇ ਨੂੰ ਚੇਤੇ ਰੱਖੀਏ। ਐਸਾ ਨਾ ਹੋਵੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ, ਖਸਮ ਵਿਸਾਰ ਖੁਆਰੀ ਕੀਨੀ ਧ੍ਰਿਗ ਜੀਵਨ ਨਹੀਂ ਰਹਿਣਾ। ਮਹਾਰਾਜ ਜੀ ਨੇ ਇੱਥੋਂ ਤੱਕ ਲਿਖ ਦਿੱਤਾ, ਫਿੱਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਕੀ ਹੈ ਇਹ ਸਰੀਰ? ਬਾਬਾ ਰਵਿਦਾਸ ਜੀ ਨੇ ਕਿੰਨਾ ਸੋਹਣਾ ਲਿਖਿਆ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੰਦ ਕਾ ਗਾਰਾ, ਹਾੜ ਮਾਸ ਨਾੜੀ ਕੋ ਪਿੰਜਰ, ਪੰਖੀ ਬਸੈ ਵਿਚਾਰਾ, ਪ੍ਰਾਨੀ ਕਿਆ ਮੇਰਾ ਕਿਆ ਤੇਰਾ, ਜੈਸੇ ਤਰਵਰ ਪੰਖ ਬਸੇਰਾ, ਰਾਖੋ ਕੰਧ ਉਸਾਰੋ ਨੀਵਾਂ, 3.5 ਹਾਥ ਤੇਰੀ ਸੀਵਾਂ, ਬੰਕੇ ਬਾਲ ਪਾਗ ਸਿਰ ਡੇਰੀ, ਇਹੋ ਤਨ ਹੋਏਗੋ ਭਸਮ ਕੀ ਢੇਰੀ, ਸਾਧ ਸੰਗਤ ਉੱਚੇ ਮੰਦਰ ਸੁੰਦਰ ਨਾਰੀ, RAM ਨਾਮ ਬਿਨ ਬਾਜੀ ਹਾਰੀ, ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸ਼ਰਨਾਗਤ ਰਾਜਾ ਰਾਮਚੰਦ, ਕਹਿ ਰਵਿਦਾਸ ਚਮਾਰਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਕਿੰਨਾ ਸੁੰਦਰ ਲਿਖਦੇ ਨੇ, ਮਨ ਰੇ ਕੌਣ ਕੁਮਤ ਤੈ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ, ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ, ਕਹੋ ਨਾਨਕ ਹਰ ਭਜ ਮਨਾ, ਜਿਹ ਬਿਦ ਜਲ ਕੋ ਮੀਨ। ਵੇਖਿਆ ਨਸਿਓ ਕਾਹੇ ਰਚਿਓ, ਨਿਮਖ ਨਾ ਹੋਏ ਉਦਾਸ, ਕਹੋ ਨਾਨਕ ਭਜ ਹਰ ਮਨਾ, ਪਰ ਐ ਨਾ ਜਮ ਕੀ ਫਾਸ। ਤੇ ਗੁਰੂ ਜੀ ਨੇ ਤਾਂ ਹੁਣ ਸਾਨੂੰ ਦੱਸਣ ਵਿੱਚ ਕੋਈ ਕਸਰ ਨਹੀਂ ਛੱਡੀ। ਸਿੱਖ ਸੁਣਦਾ ਵੀ ਹੈ ਪਰ ਮੰਨਣ ਦੇ ਵਿੱਚ ਕਮੀ ਜ਼ਰੂਰ ਦਿਸ ਰਹੀ ਹੈ। ਸਾਨੂੰ ਮੰਨਣ ਦੀ ਅਵਸਥਾ ਵਿੱਚ ਆਉਣਾ ਚਾਹੀਦਾ ਤੇ ਮੰਨਣ ਤੋਂ ਬਾਅਦ ਫਿਰ ਕਮਾਉਣਾ ਚਾਹੀਦਾ, ਫਿਰ ਸਾਡਾ ਭਲਾ ਹੋਣਾ। ਸੋ ਆਓ, ਅੱਜ ਆਪਾਂ ਬਰਾੜ ਪਰਿਵਾਰ ਵਿੱਚ ਬੈਠੇ ਹਾਂ, ਜਿਸ ਦੇ ਵਿੱਚ ਬਹੁਤ ਹੀ ਪਿਆਰ ਵਾਲੇ ਸਾਬਕਾ ਸਰਪੰਚ ਸਾਹਿਬ ਬਾਪੂ ਅਵਤਾਰ ਸਿੰਘ ਜੀ ਆਪਣੇ ਵਿਚਕਾਰ ਸਰੀਰ ਕਰਕੇ ਨਹੀਂ ਰਹੇ। ਉਹਨਾਂ ਦੇ ਜੀਵਨ ਸਾਥੀ ਸਤਿਕਾਰਯੋਗ ਮਾਤਾ ਇਕਬਾਲ ਕੌਰ ਜੀ ਤੇ ਉਹਨਾਂ ਦੀਆਂ ਸਤਿਕਾਰਯੋਗ ਬੇਟੀਆਂ, ਬਹੁਤ ਪਿਆਰ ਵਾਲੀਆਂ ਧੀਆਂ ਦੇ ਕੋਲੋਂ ਇੱਕ ਪਿਆਰ ਵਾਲਾ ਪਿਤਾ ਬਾਪੂ ਜੀ ਵਿਛੜ ਗਏ ਨੇ। ਬੇਟੀ ਕਰਮਜੀਤ ਕੌਰ ਔਰ ਘਰ ਦੇ ਜਵਾਈ ਸਰਦਾਰ ਸਵਰਨ ਸਿੰਘ ਜੀ ਸੰਧੂ ਸਾਹਿਬ ਰੋੜਾਂ ਵਾਲਾ ਪਿੰਡ, ਔਰ ਦੂਸਰੀ ਬੇਟੀ ਰਾਜਬੰਸ ਕੌਰ, ਜਿਨ੍ਹਾਂ ਦੀ ਬਦੌਲਤ
ਸੰਗਤ ਦੇ ਦਰਸ਼ਨ ਕਰ ਰਿਹਾ। ਆਪਾਂ ਗੁਰੂ ਦੀ ਹਜ਼ੂਰੀ ਵਿੱਚ ਬੈਠੇ ਹਾਂ। ਇਹ ਜਿਹੜਾ ਪਰਿਵਾਰ ਹੈ ਜੱਸੇ ਆਣੇ ਵਾਲਾ, ਇਸ ਪਰਿਵਾਰ ਨੇ ਦਾਸ ਨੂੰ ਹੁਕਮ ਕੀਤਾ ਇੱਥੇ ਆਉਣ ਵਾਸਤੇ। ਰਾਜਬੰਸ ਕੌਰ ਘਰ ਦੇ ਜਵਾਈ ਸਰਦਾਰ ਜਸਕਰਨ ਸਿੰਘ ਜੀ ਬਰਾੜ ਸਾਹਿਬ, ਅਤੇ ਇਹ ਪਰਿਵਾਰ ਹੈ ਜਿਹੜਾ ਜੱਸੇ ਆਣੇ ਵਾਲਾ, ਇਹ ਦਾਸ ਨੂੰ ਕਾਫੀ ਲੰਮੇ ਸਮੇਂ ਤੋਂ ਜਾਣਦਾ ਅਤੇ ਇਹਨਾਂ ਦਾ ਪਿਆਰ ਹੋਣ ਕਰਕੇ ਇਹਨਾਂ ਨੇ ਇੱਥੇ ਆਉਣ ਵਾਸਤੇ ਹੁਕਮ ਕੀਤਾ। ਔਰ ਇਹਨਾਂ ਦੇ ਸਤਿਕਾਰਯੋਗ ਭਰਾ ਆਪਣੇ ਵਿੱਚ ਬੈਠੇ ਸਰਦਾਰ ਦਰਸ਼ਨ ਸਿੰਘ ਜੀ, ਜੋ ਮੌਜੂਦਾ ਸਰਪੰਚ ਵੀ ਹਨ, ਔਰ ਨਗਰ ਦੀ ਕਮਾਂਡ ਉਹਨਾਂ ਦੇ ਹੱਥ ਵਿੱਚ ਹੈ। ਬਹੁਤ ਹੀ ਪਿਆਰ ਵਾਲਾ ਪਰਿਵਾਰ ਹੈ ਅਤੇ ਸਾਧ ਸੰਗਤ ਇਲਾਕੇ ਦੇ ਵਿੱਚ ਮਾਣ ਖੱਟਿਆ, ਸੰਗਤਾਂ ਵਿੱਚ ਮਾਣ ਖੱਟਿਆ। ਮੈਂ ਵੇਖ ਰਿਹਾ ਮਾਣਯੋਗ ਸ਼ਖਸੀਅਤਾਂ ਕੁਝ ਹਾਜ਼ਰੀ ਲਵਾ ਕੇ ਮੁੜ ਗਏ ਨੇ, ਕੁਝ ਆਪਣੇ ਵਿੱਚ ਬੈਠੇ ਨੇ। ਔਰ ਉਹਨਾਂ ਦਾ ਭਤੀਜਾ ਸਰਦਾਰ ਅਵਤਾਰ ਸਿੰਘ ਹੋਰਾਂ ਦਾ, ਅਤੇ ਉਹ ਭਾਈ ਬਲਵਿੰਦਰ ਸਿੰਘ, ਅਤੇ ਦੂਸਰੇ ਹਰਪਿੰਦਰ ਸਿੰਘ, ਅਤੇ ਸਾਧ ਸੰਗਤ ਜਿਨ੍ਹਾਂ ਨੂੰ ਪਿਆਰ ਵਿੱਚ ਰਾਜਾ ਵੀ ਕਹਿ ਦਿੰਦੇ ਨੇ। ਬੜਾ ਸਿਆਣਾ ਬੱਚਾ ਹੈ, ਬਹੁਤ ਲਾਇਕ ਬੱਚਾ ਹੈ। ਅਤੇ ਸਾਧ ਸੰਗਤ ਉੱਥੇ ਪਿਆਰੇ ਦੋਹਤੇ ਪ੍ਰੀਤਪਾਲ ਸਿੰਘ, ਬਿਕਰਮਜੀਤ ਸਿੰਘ, ਜੋ ਇਹ ਬੱਚੇ ਵਿਦੇਸ਼ਾਂ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਆਪਣੀ ਡਿਊਟੀ ਨਿਭਾ ਰਹੇ ਨੇ।